ਸਤਨਾਮ ਵਾਹਿਗੁਰੂ ਸਾਹਿਬ ਜੀ। ਮਗਰ ਮਾਹੇ ਸੁਹੰਦੀਆਂ ਹਰ ਪਿਰ ਸੰਗ ਬੈਠੜੀਆਂ, ਤਿਨ ਕੀ ਸੋਭਾ ਕਿਆ ਗਾਣੀ, ਜੇ ਸਾਹਿਬ ਮੇਲੜੀਆਂ। ਮੰਗਰ ਮਾਹੇ ਸੁਹੰਦੀਆਂ ਹਰ ਪਿਰ ਸੰਗ ਬੈਠੜੀਆਂ, ਤਿਨ ਕੀ ਸੋਭਾ ਕਿਆ ਗਣੀ, ਜੇ ਸਾਹਿਬ ਮੇਲੜੀਆਂ। ਤਨ ਮਨ ਮੌਲਿਆ ਰਾਮ ਸਿਉ, ਸੰਗ ਸਾਧ ਸਹੇਲੜੀਆਂ। ਸਾਧ ਜਨਾਂ ਤੇ ਬਾਹਰੀ, ਸੇ ਰਹਿਨ ਅਕੇਲੜੀਆਂ। ਤਿਨ ਦੁਖ ਨਾ ਕਬਹੂ ਉਤਰੈ, ਸੇ ਜਮ ਕੇ ਵਸ ਪੜੀਆਂ। ਜਿਨੀ ਰਾਵਿਆ ਪ੍ਰਭ ਆਪਣਾ, ਸੇ ਦਿਸਨ ਨਿਤ ਖੜੀਆਂ। ਰਤਨ ਜਵੇਹਰ ਲਾਲ ਹਰ, ਕੰਠ ਤਿਨਾ ਜੜੀਆਂ। ਨਾਨਕ ਬਾਂਛੈ ਧੂੜ ਤਿੰਨ, ਪ੍ਰਭ ਸਰਣੀ ਦਰ ਪੜੀਆਂ। ਮਗਰ ਪ੍ਰਭ ਆਰਾਧਨਾ, ਬਹੁੜ ਨਾ ਜਨਮੜੀਆਂ। ਨਾਨਕ ਬਾਂਛੈ ਧੂੜ ਤਿੰਨ, ਪ੍ਰਭ ਸਰਣੀ ਦਰ ਪੜੀਆਂ। ਮਗਰ ਪ੍ਰਭ ਆਰਾਧਨਾ, ਬਹੁੜ ਨਾ ਜਨਮੜੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰਬ ਕਲਾ ਸਮਰੱਥ ਚਵਰ ਛਤਰ ਤਖਤ ਦੇ ਮਾਲਕ ਸਤਿਗੁਰੂ, ਜੁਗੋ ਜੁਗ ਅਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸੁਭਾਈਮਾਨ ਪਰਮ ਸਤਿਕਾਰਯੋਗ ਗੁਰੂ ਰੂਪ ਖਾਲਸਾ ਸਾਧ ਸੰਗਤ ਜੀਓ, ਵਾਹਿਗੁਰੂ ਜੀ ਦੀ ਬਖਸ਼ਿਸ਼ ਸਦਕਾ ਅੰਮ੍ਰਿਤ ਵੇਲੇ ਗੁਰੂ ਕੇ ਦਰਸ਼ਨ ਦੀਦਾਰ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ। ਸਤਿਗੁਰੂ ਜੀ ਦੀ ਪਵਿੱਤਰ ਹਜ਼ੂਰੀ ਵਿਖੇ ਸੱਜ ਕੇ ਇਲਾਹੀ ਬਾਣੀ ਦਾ ਕੀਰਤਨ ਆਪ ਜੀ ਨੇ ਸ਼ਰਵਣ ਕੀਤਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ 12ਵਾਂ ਵਿੱਚੋਂ ਗੁਰੂ ਕੇ ਉਚਾਰਨ ਕੀਤੇ ਹੋਏ ਇਹ ਪਾਵਨ ਬਚਨ ਆਪ ਜੀ ਨੇ ਸ਼ਰਵਣ ਕੀਤੇ ਨੇ। ਅੱਜ ਤੋਂ ਮਘਰ ਦੇ ਮਹੀਨੇ ਦੀ ਆਰੰਭਤਾ ਹੋਈ ਹੈ। ਸੂਰਜ ਤੇ ਧਰਤੀ ਦੀ ਚਾਲ ਦੇ ਨਾਲ ਰੁੱਤਾਂ ਬਦਲਦੀਆਂ ਰਹਿੰਦੀਆਂ ਨੇ। ਸਮੇਂ ਨੂੰ ਜਾਣਨ ਦੇ ਲਈ ਸਾਡੇ ਬਜ਼ੁਰਗਾਂ ਨੇ ਕੈਲੰਡਰ ਬਣਾਏ ਨੇ। ਆਪਾਂ ਦੇਖਦੇ ਹਾਂ ਵਿਸ਼ਵ ਵਿੱਚ ਚਸਿਆਂ, ਘੜੀਆਂ, ਪਹਿਰਾਂ, ਥਿੱਤੀ, ਵਾਰ, ਇਸ ਤਰੀਕੇ ਨਾਲ ਸਮੇਂ ਦੀ ਗਿਣਤੀ ਮਿਣਤੀ ਜੀ ਰੱਖੀ ਹੈ। ਸਮਾਂ ਬੜਾ ਕੀਮਤੀ ਹੈ, ਬੜਾ ਅਮੋਲਕ ਹੈ। ਸਿਆਣੇ ਕਹਿੰਦੇ ਸਮਾਂ ਹੀ ਧਨ ਹੈ। ਜਿਹੜੇ ਸਮੇਂ ਨੂੰ ਸੰਭਾਲਦੇ ਨੇ ਉਹੀ ਜ਼ਿੰਦਗੀ ਅੰਦਰ ਸੱਚੇ ਸਾਹੂਕਾਰ ਨੇ। ਜੋ ਸਮੇਂ ਦੀ ਕਦਰ ਨਹੀਂ ਕਰਦੇ ਉਹ ਆਪਣੀ ਕਦਰ ਵੀ ਗਵਾ ਜਾਂਦੇ ਨੇ, ਕਿਉਂਕਿ ਸਮਾਂ ਬਹੁਤ ਕੀਮਤੀ ਹੈ। ਅਸੀਂ ਸਮੇਂ ਦੀ ਇਸ ਮਹਾਨਤਾ ਨੂੰ, ਵਡਿਆਈ ਨੂੰ ਜਾਣ ਸਕੀਏ। ਸਤਿਗੁਰੂ ਜੀ ਨੇ ਸਮੇਂ ਦੇ ਪ੍ਰਥਾਏ ਬਹੁਤ ਸਾਰੀ ਬਾਣੀ ਸਾਨੂੰ ਬਖਸ਼ਿਸ਼ ਕੀਤੀ ਹੈ। ਜਦ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਪੜ੍ਹਾਂਗੇ, ਇੱਥੇ ਯੁੱਗਾਂ ਦੀ ਗੱਲ ਵੀ ਹੈ, ਇੱਥੇ ਮਹੀਨਿਆਂ ਦੀ ਗੱਲ ਵੀ ਹੈ, ਇੱਥੇ ਵਾਰਾਂ ਦੀ ਬਾਣੀ ਵੀ ਹੈ, ਸੋਮਵਾਰ ਮੰਗਲਵਾਰ ਦੀ ਬਾਣੀ ਵੀ ਹੈ, ਥਿੱਤਾਂ ਦੀ ਬਾਣੀ ਵੀ ਹੈ, ਇੱਥੇ ਦਿਨਾਂ ਦੀ ਬਾਣੀ ਵੀ ਹੈ। ਹਰ ਵਿਸ਼ਵੇ ਚਸਿਆਂ, ਘੜੀਆਂ, ਪਹਿਰਾਂ ਦੀ ਗੱਲ ਕਰਕੇ ਸਤਿਗੁਰੂ ਜੀ ਨੇ ਸਮੇਂ ਦੀ ਮਹਾਨਤਾ ਦਰਸਾਈ ਹੈ, ਤਾਂ ਕਿ ਸਾਡੀ ਜ਼ਿੰਦਗੀ ਦਾ ਕੋਈ ਵੀ ਸਮਾਂ ਜਿਹੜਾ ਹੈ
ਉਹ ਬਿਰਥਾ ਨਾ ਚਲਿਆ ਜਾਏ, ਅਸੀਂ ਉਸ ਵਾਹਿਗੁਰੂ ਜੀ ਦੇ ਰੰਗ ਵਿੱਚ ਜੁੜ ਸਕੀਏ। ਮਗਰ ਦੇ ਮਹੀਨੇ ਦੀ ਆਰੰਭਤਾ ਹੋਈ ਹੈ। ਕੈਲੰਡਰ ਦਾ ਇਹ 9ਵਾਂ ਮਹੀਨਾ ਹੈ। ਪਵਿੱਤਰ ਬਾਣੀ 12 ਮਾਹਾਂ ਦੇ ਅੰਦਰ ਇਹ 10ਵੀਂ ਪੌੜੀ 'ਚ ਸਤਿਗੁਰੂ ਜੀ ਦੇ ਬਚਨ ਅੰਕਿਤ ਨੇ। 12 ਮਾਹਾਂ ਦਾ ਅਰਥ ਹੈ ਕਿ 12 ਮਹੀਨਿਆਂ ਦੇ ਪ੍ਰਥਾਏ ਜੋ ਉਚਾਰਨ ਕੀਤੀ ਹੋਈ ਬਾਣੀ ਹੈ। ਹਰ ਚੀਜ਼ ਸਾਨੂੰ ਕੋਈ ਨਾ ਕੋਈ ਸਿੱਖਿਆ ਦਿੰਦੀ ਹੈ। ਸਿਆਣੇ ਕਹਿੰਦੇ ਜੇ ਤੁਸੀਂ ਸਿੱਖਣਾ ਹੋਏ, ਸਾਰੀ ਦੁਨੀਆ ਹੀ ਯੂਨੀਵਰਸਿਟੀ ਹੈ। ਇਹ ਚੱਲਦਾ ਹੋਇਆ ਸਮਾਂ ਵੀ ਸਾਨੂੰ ਕੁਝ ਸਮਝਾ ਰਿਹਾ ਹੈ, ਰੁੱਤਾਂ ਵੀ ਸਾਨੂੰ ਕੁਝ ਸਮਝਾ ਰਹੀਆਂ ਨੇ। ਭਾਈ ਗੁਰਦਾਸ ਸਾਹਿਬ ਜੀ ਨੇ ਆਪਣੀ ਰਚਨਾ 'ਚ ਇੱਕ ਬੜਾ ਪਿਆਰਾ ਕਵਿਤ ਉਚਾਰਨ ਕੀਤਾ ਹੈ। ਕਹਿੰਦੇ ਕਿ ਦੇਖੋ ਘੜੀ ਚੱਗੀ ਹੈ, ਘੜੀ ਚੱਲਦੀ ਹੈ, ਇਹਦੀ ਟਿਕ ਟਿਕ ਜਿਹੜੀ ਹੈ ਨਾ, ਇਹ ਵੀ ਸਾਨੂੰ ਕੁਝ ਸਮਝਾ ਰਹੀ ਹੈ। ਪੁਰਾਣੇ ਸਮਿਆਂ 'ਚ ਵੱਡੇ ਵੱਡੇ ਘੜਿਆਲ ਹੁੰਦੇ ਸਨ, ਘੜਿਆਲ ਵੱਜਿਆ ਕਰਦੇ ਸਨ। ਆਪਣੇ ਸ਼ਹਿਰ 'ਚ ਵੀ ਘੰਟਾ ਘਰ ਹੈ, ਵੱਡਾ ਸਾਰਾ ਘੜਿਆਲ ਉੱਥੇ ਲੱਗਾ ਹੈ। ਭਾਵੇਂ ਹੁਣ ਉਹਦੀ ਕੋਈ ਮਹਾਨਤਾ ਨੂੰ ਨਹੀਂ ਜਾਣਦਾ, ਦਰਅਸਲ ਸਮੇਂ ਨੂੰ ਜਾਣਨ ਦੇ ਲਈ ਸੀ, ਸਮੇਂ ਨੂੰ ਸਮਝਣ ਦੇ ਲਈ ਸੀ। ਅੱਜ ਮਨੁੱਖ ਦੇ ਗੁੱਟ 'ਤੇ ਵੀ ਬੜੀਆਂ ਮਹਿੰਗੀਆਂ ਘੜੀਆਂ ਹੁੰਦੀਆਂ ਨੇ। ਉਹਦੀ ਜੇਬ 'ਚ ਪਿਆ ਹੋਇਆ ਮੋਬਾਈਲ ਜਿਹੜਾ, ਉਹਦੇ ਵਿੱਚ ਵੀ ਘੜੀ ਹੁੰਦੀ ਹੈ। ਜਿੱਥੇ ਅਸੀਂ ਬੈਠਦੇ ਹਾਂ ਉੱਥੇ ਵੀ ਸਾਡੇ ਆਲੇ ਦੁਆਲੇ ਘੜੀਆਂ ਲੱਗੀਆਂ ਹੁੰਦੀਆਂ ਨੇ। ਮਨੁੱਖ ਸਮੇਂ ਦੀ ਕਦਰ ਫਿਰ ਵੀ ਨਹੀਂ ਕਰਦਾ, ਫਿਰ ਵੀ ਸਮੇਂ ਤੋਂ ਲੇਟ ਹੀ ਚੱਲਦਾ। ਇਹਦਾ ਮਤਲਬ ਕਿ ਇਹ ਘੜੀਆਂ, ਮੋਬਾਈਲ ਸਿਰਫ ਤਾਂ ਸਿਰਫ ਇੱਕ ਫੈਸ਼ਨ ਹੈ, ਦਿਖਾਵਾ ਹੈ। ਘੜੀ ਮਹਿੰਗੀ ਹੋਏ ਸਸਤੀ ਹੋਏ ਕੋਈ ਫਰਕ ਨਹੀਂ ਹੈ। ਘੜੀ ਤਾਂ ਇਹ ਹੈ ਕਿ ਅਸੀਂ ਟਾਈਮ ਨੂੰ ਜਾਣ ਸਕੀਏ, ਸਮਝ ਸਕੀਏ। ਭਾਈ ਗੁਰਦਾਸ ਜੀ ਨੇ ਇੱਕ ਗੱਲ ਕੀ, ਘੜੀ ਘੜੀ ਟੇਰ ਕਰਿਆਰ ਸੁਨਾਏ ਸੰਦੇਸੋ, ਪਹਿਰ ਪਹਿਰ ਪੁਨ ਪੁਨ ਸਮਝਾਏ ਹੈ। ਪੁਰਾਤਨ ਸਮਿਆਂ ਜਿਹੜੇ ਘੜਿਆਲ ਹੁੰਦੇ ਸਨ, ਉਹ ਇੱਕ ਘੜੀ ਬਾਅਦ, ਪਹਿਰ ਬਾਅਦ ਆਵਾਜ਼ ਕਰਿਆ ਕਰਦੇ ਸਨ, ਜੋ ਇਸ ਗੱਲ ਦਾ ਸੰਕੇਤ ਹੁੰਦਾ ਸੀ ਕਿ ਇੰਨਾ ਸਮਾਂ ਲੰਘ ਗਿਆ। ਭਾਈ ਸਾਹਿਬ ਕਹਿੰਦੇ ਘੜੀ ਘੜੀ ਟੇਰ ਕਰਿਆਰ ਸੁਨਾਏ ਸੰਦੇਸੋ। ਬੰਦਿਆ, ਘੜੀ ਘੜੀ ਬਾਅਦ ਜਿਹੜੀ ਟਨ ਟਨ ਹੁੰਦੀ ਹੈ ਨਾ, ਉਹ ਘੜਿਆਲ ਤੈਨੂੰ ਕੁਝ ਸੁਨੇਹਾ ਦੇ ਰਿਹਾ ਹੈ। ਪਹਿਰ ਪਹਿਰ ਪੁਨ ਪੁਨ ਸਮਝ ਆਏ ਹੈ। ਪਹਿਰ ਬਾਅਦ ਫਿਰ ਘੜਿਆਲ ਵੱਜਦਾ, ਉਹ ਫਿਰ ਤੈਨੂੰ ਕੁਝ ਸਮਝ ਆ ਰਿਹਾ ਹੈ। ਉਹ ਦੱਸ ਰਿਹਾ ਕਿ ਇੰਨਾ ਸਮਾਂ ਤੇਰੀ ਜ਼ਿੰਦਗੀ ਦਾ ਲੰਘ ਗਿਆ। ਜੈਸੇ ਜੈਸੇ ਕੌਲੀ ਪਾਣੀ ਪਰ ਬੂਢਤ ਹੈ। ਸਮੇਂ ਨੂੰ ਜਾਣਨ ਦੇ ਲਈ ਇੱਕ ਰੇਤ ਦੀ ਘੜੀ ਹੁੰਦੀ ਸੀ, ਇੱਕ ਪਾਣੀ ਦੀ ਘੜੀ ਹੁੰਦੀ ਸੀ, ਇੱਕ ਸੂਰਜ ਦੀ ਘੜੀ ਹੁੰਦੀ ਸੀ। ਸੂਰਜ ਦੀ ਘੜੀ ਅਜੇ ਵੀ ਜਦੋਂ ਤੁਸੀਂ ਦਰਬਾਰ ਸਾਹਿਬ ਜਾਓ, ਸ੍ਰੀ ਅੰਮ੍ਰਿਤਸਰ ਸਾਹਿਬ, ਦਰਸ਼ਨੀ ਡੇਵਡੀ ਨੂੰ ਪਾਰ ਕਰਕੇ ਪੁਲ ਦੇ ਉੱਪਰ ਦੀ ਚਲੋਗੇ ਨਾ, ਸੈਂਟਰ 'ਚ ਜਾ ਕੇ ਖੱਬੇ ਹੱਥ ਇੱਕ ਪਿੱਲਰ 'ਤੇ ਉਹ ਘੜੀ ਲੱਗੀ ਹੋਈ ਹੈ। ਦੇਖਣ ਨੂੰ ਉਹ ਪੱਤਰੀ ਜਿਹੀ ਲੱਗਦੀ ਹੈ, ਪਰ ਉਹਦੇ ਪਿੱਲਰ ਦੇ ਉੱਪਰ ਉਹ ਘੜੀ ਜਿਹੜੀ ਹੈ ਉਹਦੀ ਨੰਬਰਿੰਗ ਲੱਗੀ ਹੋਈ ਹੈ। ਸਭ ਤੋਂ ਵਧੀਆ ਘੜੀ ਸੀ ਸਮੇਂ ਨੂੰ ਜਾਣਨ ਦੇ ਲਈ। ਔਰ ਸਾਧੂ ਭਾਈ ਸਾਹਿਬ ਜੀ ਕਹਿੰਦੇ ਇੱਕ ਘੜੀ ਹੈ ਪਾਣੀ ਦੀ। ਪਾਣੀ ਕਿਸੇ ਬਰਤਨ 'ਚ ਭਰ ਕੇ ਉਹਦੇ 'ਚ ਇੱਕ ਕੌਲੀ ਰੱਖ ਦੇਣੀ ਮੋਰੀ ਕਰਕੇ, ਜਦੋਂ ਉਹ ਡੁੱਬ ਜਾਣੀ ਕਹਿਣਾ ਜੀ ਇੱਕ ਘੜੀ, ਇੱਕ ਪਾਈ ਭਰ ਗਈ, ਇੱਕ ਘੜੀ ਬਤੀਤ ਹੋ ਗਈ। ਕਹਿੰਦੇ ਜੈਸੇ ਜੈਸੇ ਗੋਲੀ ਪਾਣੀ ਪਰ ਬੂਢਤ ਹੈ, ਪੂਰਨ ਹੋਏ ਪਾਪਨ ਕੀ ਨੌਕਾ ਹਰਾਏ ਹੈ। ਜਿਉਂ ਜਿਉਂ ਇਹ ਕੌਲੀ ਪਾਣੀ ਦੀ ਭਰ ਕੇ ਡੁੱਬਦੀ ਹੈ ਨਾ, ਇਹ ਵੀ ਕੁਝ ਸਮਝਾ ਰਹੀ ਹੈ। ਇਹ ਕਹਿੰਦੀ ਬੰਦਿਆ, ਜਿਵੇਂ ਕੌਲੀ ਭਰ ਗਈ ਤੇ ਡੁੱਬ ਗਈ ਨਾ, ਜਦੋਂ ਤੇਰੀ ਜ਼ਿੰਦਗੀ ਦੀ ਬੇੜੀ ਪਾਪਾਂ ਨਾਲ ਭਰ ਜਾਏਗੀ, ਇਹ ਡੁੱਬ ਜਾਏਗੀ। ਭਾਈ ਸਾਹਿਬ ਜੀ ਕਹਿੰਦੇ ਮਨੁੱਖ ਘੜਿਆਲ ਦੀ ਆਵਾਜ਼ ਸੁਣ ਕੇ ਨਹੀਂ ਸਮਝਿਆ, ਉਹ ਡੁੱਬਦੀ ਹੋਈ ਕੌਲੀ ਦੀ ਆਵਾਜ਼ ਨੂੰ ਦੇਖ ਕੇ ਇਹ ਨਹੀਂ ਸਮਝਿਆ। ਚਾਰੋਂ ओर ਸ਼ੋਰ ਪਹਿਰੂਆ ਪੁਕਾਰ ਹਾਰੇ। ਸਾਡੇ ਆਲੇ ਦੁਆਲੇ ਦੇਖੋ ਹਵਾ ਚੱਲਦੀ ਹੈ, ਪਾਣੀ ਚੱਲਦਾ ਹੈ, ਅੱਜ ਕੱਲ੍ਹ ਟ੍ਰੈਫਿਕ ਚੱਲਦੀ ਹੈ। ਚੱਲਦੀ ਹਵਾ ਵੀ ਸਮਝਾਉਂਦੀ ਹੈ ਕਿ ਜਿਹੜੀ ਹਵਾ ਲੰਘ ਗਈ ਮੁੜ ਕੇ ਨਹੀਂ ਆਉਣੀ, ਜਿਹੜਾ ਪਾਣੀ ਚਲੇ ਗਿਆ ਮੁੜ ਕੇ ਨਹੀਂ ਆਉਣਾ, ਜਿਹੜਾ ਸਮਾਂ ਚਲ ਗਿਆ ਉਹ ਮੁੜ ਕੇ ਵਾਪਸ ਨਹੀਂ ਆਉਣਾ। ਚਾਰੋਂ ओर ਸ਼ੋਰ ਪਹਿਰੂਆ ਪੁਕਾਰ ਹਾਰੇ। ਪਹਿਰੇਦਾਰ ਵੀ ਪੁਕਾਰ ਰਿਹਾ, ਜਗਾਉਂਦਾ ਕਿ ਭਈ ਜਾਗਦੇ ਰਹੋ, ਪਰ ਚੈਰੋ ਪੈਰ ਸੋਭ ਤੇ ਅਚੇਤ ਨਹਿ ਲਿਜਾਏ ਹੈ। ਮੰਡਾ ਘੜਿਆਲ ਦੀ ਟਣਕਾਰ ਸੁਣ ਕੇ ਨਹੀਂ ਜਾਗਿਆ, ਡੁੱਬਦੀ ਕੌਲੀ ਨੂੰ ਦੇਖ ਕੇ ਨਹੀਂ ਸਮਝਿਆ, ਆਲੇ ਦੁਆਲੇ ਦੀਆਂ ਆਵਾਜ਼ਾਂ ਨੂੰ ਦੇਖ ਕੇ ਨਹੀਂ ਸਮਝਿਆ। ਬੰਦਾ ਪਹਿਰੇਦਾਰ ਦੀ ਆਵਾਜ਼ ਸੁਣ ਕੇ ਨਹੀਂ ਜਾਗਿਆ। ਸਾਰੀ ਜ਼ਿੰਦਗੀ ਇਹਦੀ ਸੁੱਤਿਆਂ ਅਚੇਤ ਅਵਸਥਾ 'ਚ ਹੀ ਨਿਕਲ ਜਾਂਦੀ ਹੈ।
ਤੇ ਭਾਈ ਸਾਹਿਬ ਜੀ ਨੇ ਅਖੀਰ ਤੇ ਗੱਲ ਕੀ, ਤਾਮਰ ਚੂੜ ਸ਼ਬਦ ਸੁਨਤ ਉਗਾਰ ਆਂਖੇ। ਤਾਮਰ ਕਹਿੰਦੇ ਹਨੇਰੇ ਨੂੰ, ਚੂੜ ਕਹਿੰਦੇ ਹਨੇਰੇ ਨੂੰ ਚੱਕਣਾ ਚੂੜ ਕਰਨ ਵਾਲਾ। ਜਦੋਂ ਕੁੱਕੜ ਬੋਲਦਾ ਹੈ ਨਾ, ਸੰਸਕ੍ਰਿਤ ਵਿੱਚ ਕੁੱਕੜ ਨੂੰ ਕਹਿੰਦੇ ਤਾਮਰ ਚੂੜ। ਜਦੋਂ ਕੁੱਕੜ ਬੋਲਦਾ ਹੈ ਸਵੇਰ ਦੇ ਟਾਈਮ, ਅਸੀਂ ਅੰਦਾਜ਼ਾ ਲਾਉਂਦੇ ਲੈ ਵੀ ਦਿਨ ਚੜ੍ਹ ਗਿਆ, ਰਾਤ ਹੁਣ ਗਈ। ਕਹਿੰਦੇ ਹੁਣ ਤੇ ਕੁੱਕੜ ਵੀ ਬੋਲ ਪਿਆ। ਕੁੱਕੜ ਦਾ ਅਰਥ ਹੈ ਕਿ ਤੇਰੇ ਹੁਣ ਚਿੱਟੇ ਧੌਲੇ ਆ ਗਏ ਨੇ। ਕੁੱਕੜ ਭਾਵੇਂ ਜਿਹੜੇ ਰੰਗ ਦਾ ਮਰਜ਼ੀ ਹੋਏ, ਅਸੀਂ ਜ਼ਿਆਦਾ ਪ੍ਰਤੀਕ ਚਿੱਟਾ ਹੀ ਬਣਾਏ ਹੈ। ਚਿਰਾਂ ਬਾਅਦ ਬਦਨਾ ਮਿਲੇ ਨਾ, ਅਸੀਂ ਕਹਿੰਦੇ ਚੰਗਾ ਭਲਾ ਸੀ ਬੱਗਾ ਕੁੱਕੜ ਬਣ ਗਏ। ਸੋ ਤਾਮਰ ਚੂੜ ਦਾ ਅਰਥ ਹੈ ਇੱਥੇ ਕੁੱਕੜ। ਕੁੱਕੜ ਦਾ ਅਰਥ ਹੈ ਕਿ ਬਿਰਧ ਅਵਸਥਾ, ਬੁਢੇਪਾ, ਚਿੱਟੇ ਵਾਲ ਆ ਗਏ ਨੇ। ਇਹ ਚਿੱਟੇ ਵਾਲ ਸੰਕੇਤ ਨੇ ਕੁਝ ਸਮਝਾਉਣ ਦੇ, ਪਰ ਬੰਦਾ ਸਮਝਣ ਦੀ ਬਜਾਏ ਕਹਿੰਦਾ ਚਿੱਟੇ ਹੋਣ ਹੀ ਨਾ, ਉਹਨਾਂ ਨੂੰ ਵਰਜਦਾ ਰਹਿੰਦਾ, ਰੋਕਦਾ ਰਹਿੰਦਾ। ਕਹਿੰਦੇ ਬੰਦਿਆ ਹੁਣ ਤੇ ਕੁੱਕੜ ਬੋਲ ਪਿਆ, ਇਸ ਗੱਲ ਦਾ ਸੰਕੇਤ ਹੈ ਕਿ ਰਾਤ ਜਾਣ ਵਾਲੀ ਹੈ, ਦਿਨ ਚੜ੍ਹਨ ਵਾਲਾ ਹੈ, ਹੁਣ ਹੀ ਆਪਣੀਆਂ ਅੱਖਾਂ ਉਗਾੜ ਲੈ। ਪਰ ਜੇ ਤੂੰ ਹੁਣ ਵੀ ਨਾ ਅੱਖਾਂ ਗੋਲੀਆਂ, ਜੇ ਤੂੰ ਹੁਣ ਵੀ ਸੁਚੇਤ ਨਾ ਹੋਇਆ, ਬਿਨ ਪ੍ਰਿਆ ਪ੍ਰੇਮ ਰਾਤੇ ਪਾਛੇ ਪਛਤਾਏ ਹੈ। ਉਸ ਪ੍ਰਮਾਤਮਾ ਦੇ ਪਿਆਰ ਵਿੱਚ ਜੁੜਨ ਤੋਂ ਬਿਨਾ ਬਾਅਦ ਵਿੱਚ ਤੈਨੂੰ ਪਛਤਾਉਣਾ ਹੀ ਪਏਗਾ, ਝੂਰਨਾ ਹੀ ਪਏਗਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਮੇਂ ਦੀ ਮਹਾਨਤਾ ਦਰਸਾਉਂਦਿਆਂ 12 ਮਾਹ ਦੀ ਬਾਣੀ ਸਾਨੂੰ ਬਖਸ਼ਿਸ਼ ਕੀਤੀ ਹੈ। ਗੁਰੂ ਗ੍ਰੰਥ ਸਾਹਿਬ ਵਿੱਚ ਜੋ ਥਾਵਾਂ ਤੇ ਇਹ ਬਾਣੀ ਹੈ, 12 ਮਾਹ ਮਾਝ ਰਾਗ ਵਿੱਚ ਗੁਰੂ ਅਰਜਨ ਸਾਹਿਬ ਜੀ ਦੀ ਰਚਨਾ, ਤੁਖਾਰੀ ਰਾਗ ਵਿੱਚ ਗੁਰੂ ਨਾਨਕ ਸਾਹਿਬ ਜੀ ਦੀ ਪਵਿੱਤਰ ਰਚਨਾ। ਅਸੀਂ ਮਾਝ ਰਾਗ ਦੀ 12 ਮਾਹ ਵਿੱਚੋਂ ਇਹ ਪਵਿੱਤਰ ਸ਼ਬਦ ਪੜ੍ਹ ਰਹੇ ਸਾਂ। ਮਘਰ ਦੇ ਮਹੀਨੇ ਦੀ ਰਮਤਾ ਹੋਈ ਹੈ, ਬੜੀ ਮਿੱਠੀ ਮਿੱਠੀ ਪਿਆਰੀ ਪਿਆਰੀ ਰੁੱਤ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਜੀਵ ਨੂੰ ਇਸਤਰੀ ਦੇ ਨਾਲ ਤੁਲਨਾ ਦਿੰਦਿਆਂ ਹੋਇਆਂ, ਪਰਮਾਤਮਾ ਨੂੰ ਪਤੀ ਦੱਸਦਿਆਂ ਹੋਇਆਂ ਸਾਨੂੰ ਸਮਝਾਉਣ ਦਾ ਯਤਨ ਕੀਤਾ ਹੈ। ਸੁੰਦਰਤਾ ਜਿਹੜੀ ਹੈ ਨਾ, ਉਹਦੀ ਵਡਿਆਈ ਸੁਹਾਗ ਦੇ ਨਾਲ ਹੀ ਹੈ। ਇਵੇਂ ਕਹਿ ਲਓ ਇਸਤਰੀ ਦੀ ਵਡਿਆਈ ਆਪਣੇ ਪਤੀ ਦੇ ਨਾਲ ਹੈ। ਇਕੱਲਤਾ ਇੱਕ ਬਹੁਤ ਵੱਡਾ ਦੁੱਖ ਹੁੰਦਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਇਹ ਦ੍ਰਿਸ਼ਟਾਂਤ ਵਰਤ ਕੇ ਸਾਨੂੰ ਕਹਿੰਦੇ ਕਿ ਜਿਹੜੀਆਂ ਜੀਵ ਰੂਪੀ ਇਸਤਰੀਆਂ ਜ਼ਿੰਦਗੀ ਵਿੱਚ ਪਰਮਾਤਮਾ ਤੋਂ ਵੱਖਰੀਆਂ ਰਹਿੰਦੀਆਂ ਨੇ, ਇਕੱਲੀਆਂ ਰਹਿੰਦੀਆਂ ਨੇ, ਉਹਨਾਂ ਦੀ ਭਟਕਣਾ ਮੁੱਕਦੀ ਨਹੀਂ ਹੈ, ਉਹਨਾਂ ਦੇ ਦੁੱਖ ਮੁੱਕਦੇ ਨਹੀਂ ਹੈ, ਉਹ ਨਿਤ ਜਮਾਂ ਦੇ ਵਸ ਚੜੀਆਂ ਰਹਿੰਦੀਆਂ ਨੇ। ਦੇਖੋ ਇਕੱਲਤਾ ਇੱਕ ਬੜਾ ਵੱਡਾ ਦੁੱਖ ਹੈ। ਬੰਦਾ ਇਕੱਲਾ ਹੋਵੇ ਨਾ ਕਿਤੇ, ਇਕੱਲੇ ਬੰਦੇ ਨੂੰ ਕਈ ਖਤਰੇ ਹੁੰਦੇ ਨੇ, ਕਈ ਤਰ੍ਹਾਂ ਦੇ ਲੋਕ ਉਹਦੇ ਉੱਪਰ ਆਪਣਾ ਪ੍ਰਭਾਵ ਪਾਉਣਾ ਚਾਹੁੰਦੇ ਨੇ। ਅਸੀਂ ਹਮੇਸ਼ਾ ਚਾਹੁੰਦੇ ਸਾਡਾ ਸੰਗ ਸਾਥ ਹੋਏ, ਕੋਈ ਸਾਡੇ ਮਿੱਤਰ ਹੋਣ, ਸਾਡੇ ਕੋਲ ਦੋਸਤ ਹੋਣ, ਸਾਡੇ ਕੋਲ ਸਾਥ ਦੇਣ ਵਾਲੇ ਹੋਣ। ਇਸੇ ਤਰ੍ਹਾਂ ਹੀ ਜ਼ਿੰਦਗੀ ਦੇ ਅੰਦਰ ਵੀ ਇਕੱਲੀਆਂ ਜਦੋਂ ਸਾਡੀ ਸੁਰਤ ਰਹੇਗੀ, ਉਦੋਂ ਦੁੱਖਾਂ ਦੀ ਗੱਲ ਤਾਂ ਜ਼ਿੰਦਗੀ 'ਚ ਆਏਗੀ। ਉਹਨਾਂ ਦੁੱਖਾਂ ਤੋਂ ਮੁਕਤ ਹੋਣ ਦੇ ਲਈ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਕਿਹਾ, ਗੁਰੂ ਰਾਹੀਂ ਪਰਮਾਤਮਾ ਦੇ ਪਿਆਰ ਵਿੱਚ ਜੁੜੀਏ। ਭਾਈ ਗੁਰਦਾਸ ਜੀ ਨੇ ਇਸ ਜਗਤ ਨੂੰ ਚੌਪੜ ਨਾਲ ਤੁਲਨਾ ਦਿੱਤੀ ਹੈ। ਭਾਈ ਸਾਹਿਬ ਜੀ ਦਾ ਬਚਨ, ਇਹ ਜਗ ਚੌਪੜ ਖੇਲ ਹੈ, ਆਵਾਗੁਣ ਭਵਜਲ ਸੰਸਾਰੇ, ਗੁਰਮੁਖ ਜੋੜਾ ਸਾਧ ਸੰਗ, ਗੁਰ ਪ੍ਰਸਾਦੀ ਪੰਜ ਨਿਵਾਰੇ। ਕਹਿੰਦੇ ਕਿ ਇਹ ਜਗਤ ਚੌਪੜ ਦੀ ਖੇਡ ਵਾਂਗੂ ਹੈ। ਚੌਪੜ ਦੀ ਖੇਡ ਦਾ ਇੱਕ ਨਿਯਮ ਹੈ ਕਿ ਜਿਹੜੀ ਇਕੱਲੀ ਨਰਦ ਹੁੰਦੀ ਹੈ ਨਾ, ਉਹ ਮਰ ਸਕਦੀ ਹੈ, ਉਹਨੂੰ ਖਤਰਾ ਹੈ। ਜਿੱਥੇ ਦੋ ਨਰਦਾਂ ਜਿਸ ਘਰ 'ਚ ਇਕੱਠੀਆਂ ਹੋ ਜਾਣ, ਉਹਨਾਂ ਨੂੰ ਕੋਈ ਮਾਰ ਨਹੀਂ ਸਕਦਾ। ਇਹ ਚੌਪੜ ਦਾ ਕੋਈ ਨਿਯਮ ਹੈ। ਭਾਈ ਸਾਹਿਬ ਜੀ ਕਹਿੰਦੇ ਬਿਲਕੁਲ ਇਸ ਤਰ੍ਹਾਂ ਜਿਹੜੇ ਸਤ ਸੰਗਤ ਰਾਹੀਂ ਪ੍ਰਮਾਤਮਾ ਦੇ ਪਿਆਰ ਜੁੜ ਜਾਂਦੇ ਨੇ, ਉਹ ਆਪਣੀ ਜ਼ਿੰਦਗੀ 'ਚੋਂ ਪੰਜਾਂ ਦੇ ਉੱਪਰ ਜਿੱਤ ਪ੍ਰਾਪਤ ਕਰਨੇ ਨੇ, ਪੰਜਾਂ ਨੂੰ ਨਿਵਰਤ ਕਰ ਲੈਂਦੇ ਨੇ। ਸਤਿਗੁਰੂ ਸਾਹਿਬ ਸ੍ਰੀ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਅੱਜ ਦੇ ਇਸ ਪਵਿੱਤਰ ਮੁੱਖ ਵਾਕ ਦੇ ਰਾਹੀਂ ਜੋ ਗਿਆਨ ਸਾਨੂੰ ਬਖਸ਼ ਰਹੇ ਨੇ, ਆਓ ਆਪਾਂ ਮਿਲ ਕੇ ਗੁਰੂ ਕੇ ਇਹਨਾਂ ਪਾਵਨ ਬਚਨਾਂ ਦੀ ਵਿਚਾਰ ਸਾਂਝੀ ਕਰੀਏ। ਸਤਿਗੁਰੂ ਜੀ ਦੇ ਪਿਆਰ ਵਿੱਚ ਜੁੜਦੇ ਹਾਂ, ਮਨ ਬਿਰਤੀਆਂ ਨੂੰ ਟਿਕਾਉਣ ਹਿੱਤ ਮੁਖ ਤੋਂ ਸਾਰੇ ਹੀ ਉਚਾਰਨ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਮੰਗਿਰ ਮਾਹੇ ਸੁਹੰਦੀਆਂ, ਹਰ ਪਿਰ ਸੰਗ ਬੈਠੜੀਆਂ। ਮੰਗਿਰ ਦਾ ਅਰਥ ਹੈ ਕਿ ਸਾਡੀ ਆ ਜ਼ਿੰਦਗੀ ਨੂੰ ਸਤਿਗੁਰੂ ਜੀ ਨੇ ਮਗਰ ਦੇ ਮਹੀਨੇ ਦੇ ਨਾਲ ਤੁਲਨਾ ਦਿੱਤੀ ਹੈ। ਜਦੋਂ ਅਸੀਂ ਗੁਰਬਾਣੀ ਪੜ੍ਹਦੇ ਹਾਂ, ਕਈ ਤਰ੍ਹਾਂ ਦੇ ਬਿੰਬ ਵਰਤ ਕੇ, ਪ੍ਰਤੀਕ ਵਰਤ ਕੇ ਸਾਨੂੰ ਸਤਿਗੁਰੂ ਜੀ ਨੇ ਸਮਝਾਇਆ। ਕਿਤੇ ਸਤਿਗੁਰੂ ਜੀ ਨੇ ਹਾੜ ਦੇ ਮਹੀਨੇ ਦੀ ਗੱਲ ਕਰਕੇ, ਜਿਵੇਂ ਹਾੜ ਦੇ ਮਹੀਨੇ 'ਚ ਗਰਮੀ ਪੈਂਦੀ ਹੈ, ਸਾਡੀ ਜ਼ਿੰਦਗੀ 'ਚ ਵੀ ਗਰਮੀ ਪੈ ਰਹੀ ਹੈ, ਵਿਕਾਰਾਂ ਦੀ ਗਰਮੀ ਪੈ ਰਹੀ ਹੈ। ਕਿਤੇ ਪੋਹ ਦੀ ਗੱਲ ਕੀਤੀ, ਪੋਹ 'ਚ ਕਿੰਨੀ ਕਰੜੀ ਠੰਡ ਪੈਂਦੀ ਹੈ। ਸਾਡੀ ਜ਼ਿੰਦਗੀ 'ਚ ਵੀ ਮਾਇਆ ਦੇ ਨਾਲ ਵੱਡੀ ਠੰਡ ਪੈਂਦੀ ਹੈ, ਅੰਦਰ ਅਸੀਂ ਸੁੰਨ ਜਾਂਦੇ ਹਾਂ। ਕਿਤੇ ਸਤਿਗੁਰੂ ਜੀ ਨੇ ਜ਼ਿੰਦਗੀ ਨੂੰ ਫਲ ਨਾਲ ਤੁਲਨਾ ਦਿੱਤੀ ਹੈ, ਕਿਤੇ ਸਤਿਗੁਰੂ ਜੀ ਨੇ ਜ਼ਿੰਦਗੀ ਨੂੰ ਰਸਤੇ ਨਾਲ ਤੁਲਨਾ ਦਿੱਤੀ ਹੈ।
ਕਈ ਤਰ੍ਹਾਂ ਦੇ ਹੋਰ ਪ੍ਰਤੀਕ ਜ਼ਿੰਦਗੀ ਦੇ ਪ੍ਰਥਾਏ ਵਰਤੇ ਨੇ। ਇੱਥੇ ਕਹਿੰਦੇ ਆ ਜ਼ਿੰਦਗੀ ਮਗਰ ਦੇ ਮਹੀਨੇ ਵਾਂਗੂ ਹੈ। ਮਗਰ ਦਾ ਮਹੀਨਾ ਜਿਵੇਂ ਬੜਾ ਠੰਡੀ ਮਿੱਠੀ ਰੁੱਤ ਹੈ, ਇਵੇਂ ਸਾਡੀ ਜ਼ਿੰਦਗੀ ਵੀ ਬੜੀ ਸੁਹਾਵਣੀ ਰੁੱਤ ਹੈ, ਸੁਹਾਵਣਾ ਸਮਾਂ ਹੈ। ਪਰ ਇਸ ਜ਼ਿੰਦਗੀ ਦੇ ਅੰਦਰ ਉਹੀ ਸ਼ੋਭਾ ਪਾਉਂਦੀਆਂ ਨੇ, ਸ਼ੋਭਾ ਅਤੇ ਆਪਾਂ ਦੇਖਦੇ ਹਾਂ ਸੁੰਦਰਤਾ। ਇਹ ਹਰ ਕੋਈ ਚਾਹੁੰਦਾ ਹੈ ਜ਼ਿੰਦਗੀ ਦੇ ਅੰਦਰ, ਤੇ ਸ਼ੋਭਾ ਪ੍ਰਾਪਤ ਕਰਨ ਦੇ ਲਈ ਬੰਦਾ ਕਈ ਯਤਨ ਕਰਦਾ ਹੈ। ਦੇਖੋ, ਜਿੰਨੇ ਸਾਡੇ ਦੁਨਿਆਵੀ ਯਤਨ ਨੇ, ਅਸੀਂ ਚਾਹੁੰਦੇ ਕਿ ਲੋਕਾਂ ਦੀਆਂ ਨਜ਼ਰਾਂ 'ਚ ਅਸੀਂ ਚੰਗੇ ਬਣ ਜਾਈਏ, ਸਾਡੀ ਵਡਿਆਈ ਬਣੇ, ਦੁਨੀਆ ਸਾਨੂੰ ਵਧੀਆ ਕਹੇ, ਲੋਕਾਂ 'ਚ ਸਾਡੀ ਚੰਗੀ ਕੀਰਤੀ ਬਣ ਜਾਏ। ਉਹਦੇ ਲਈ ਜਿੰਨੀ ਧਨ ਦੌਲਤ ਕਮਾਉਂਦੇ ਆ, ਦੇਖੋ ਜਿੱਥੋਂ ਤੱਕ ਵਰਤੋਂ ਦੀ ਲੋੜ ਹੈ ਉਹ ਤੇ ਸਹਿਜੇ ਹੀ ਪੂਰੀ ਹੋ ਸਕਦੀ ਹੈ, ਲੋੜਾਂ ਪੂਰੀਆਂ ਹੋ ਸਕਦੀਆਂ ਨੇ। ਪਰ ਅਸੀਂ ਕਹਿੰਦੇ ਬਹੁਤ ਧਨ ਹੋਏਗਾ ਤੇ ਬਹੁਤ ਸ਼ੋਭਾ ਹੋਏਗੀ। ਸ਼ੋਭਾ ਦੀ ਖਾਤਰ ਅਸੀਂ ਬਹੁਤ ਧਨ ਇਕੱਤਰ ਕਰਦੇ ਹਾਂ, ਧਨ ਵੀ ਆ ਜਾਂਦਾ ਹੈ, ਪਰ ਉਹ ਸਾਡੀ ਸ਼ੋਭਾ ਸਦਾ ਬਣੀ ਨਹੀਂ ਰਹਿੰਦੀ। ਮਨੁੱਖ ਦੇ ਕੋਲ ਰੁਤਬਾ ਵੀ ਆ ਜਾਂਦਾ ਹੈ, ਪਰ ਵੀ ਕਈ ਰੁਤਬਿਆਂ ਤੇ ਬੈਠ ਕੇ ਵੀ ਸ਼ੋਭਾ ਨਹੀਂ ਲੈ ਸਕਦੇ। ਹੋਰ ਵੀ ਬੜੇ ਸਾਧਨ ਮਨੁੱਖ ਕਰਦਾ ਹੈ, ਪਰ ਸਤਿਗੁਰੂ ਸਾਹਿਬ ਜੀ ਕਹਿੰਦੇ ਇੱਕੋ ਇੱਕ ਤਰੀਕਾ ਹੈ ਸ਼ੋਭਾ ਬਣਾਉਣ ਦਾ। ਗੁਰੂ ਦੇ ਚਰਨਾਂ 'ਚ ਅਰਦਾਸ ਕਰੀਏ, ਸਤਿਗੁਰ ਆਇਓ ਸਰਣ ਤੁਹਾਰੀ, ਮਿਲੇ ਸੂਖ ਨਾਮ ਹਰ ਸ਼ੋਭਾ, ਚਿੰਤਾ ਲਾਹੇ ਹਮਾਰੀ। ਮਹਾਰਾਜ ਤੁਹਾਡੀ ਹਜ਼ੂਰੀ 'ਚ ਆਏ ਆ, ਇਹ ਬਖਸ਼ਿਸ਼ ਕਰੋ, ਸਾਨੂੰ ਸੁੱਖ ਵੀ ਮਿਲੇ ਤੇ ਸ਼ੋਭਾ ਵੀ ਮਿਲੇ। ਸਤਿਗੁਰੂ ਜੀ ਕਹਿੰਦੇ ਉਹ ਸ਼ੋਭਾ ਕਿਵੇਂ ਮਿਲਦੀ ਹੈ ਕਿ ਮੰਗਰ ਮਾਹੇ ਸੋਹੰਦੀਆਂ ਹਰ ਪਿਰ ਸੰਗ ਬੈਠੜੀਆਂ। ਇਸ ਜ਼ਿੰਦਗੀ ਰੂਪ ਮਗਰ ਦੇ ਮਹੀਨੇ ਵਿੱਚ ਜਿਹੜੀਆਂ ਜੀਵ ਰੂਪੀ ਇਸਤਰੀਆਂ ਹਰੀ ਪਤੀ ਨਾਲ ਜੁੜ ਗਈਆਂ, ਹਰ ਦਾ ਅਰਥ ਪਰਮਾਤਮਾ ਵਾਹਿਗੁਰੂ, ਫਿਰ ਮੈਣਾ ਪਤੀ, ਹਰੀ ਪਤੀ ਦੇ ਨਾਲ ਜਿਨ੍ਹਾਂ ਦੀ ਸਾਂਝ ਬਣ ਗਈ, ਪ੍ਰਭੂ ਦੇ ਨਾਲ ਜਿਨ੍ਹਾਂ ਦੀ ਸਾਂਝ ਬਣ ਗਈ, ਇਸ ਜ਼ਿੰਦਗੀ ਵਿੱਚ ਸ਼ੋਭਾ ਉਹਨਾਂ ਦੀ ਹੁੰਦੀ ਹੈ, ਵਡਿਆਈ ਉਹਨਾਂ ਦੀ ਹੁੰਦੀ ਹੈ। ਤਿਨ ਕੀ ਸ਼ੋਭਾ ਕਿਆ ਗਾਣੀ, ਜੇ ਸਾਹਿਬ ਮੇਲੜੀਆਂ। ਧੰਨ ਸ਼੍ਰੀ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਕਹਿੰਦੇ ਜਿਨ੍ਹਾਂ ਨੂੰ ਸਾਹਿਬ ਨੇ, ਪ੍ਰਭੂ ਨੇ, ਵਾਹਿਗੁਰੂ ਜੀ ਨੇ ਆਪਣੇ ਨਾਲ ਮੇਲ ਲਿਆ, ਉਹਨਾਂ ਦੀ ਸ਼ੋਭਾ ਅਸੀਂ ਕੀ ਬਿਆਨ ਕਰ ਸਕਦੇ ਹਾਂ। ਦੇਖੋ ਦੁਨਿਆਵੀ ਲੋਕ ਨੇ, ਉਹਨਾਂ ਦੀ ਵਡਿਆਈ ਬਿਆਨ ਕਰਾਂਗੇ ਜੀ, ਦੇਖੋ ਇੰਨਾ ਧਨ ਹੈ, ਕੋਈ ਗਿਣਤੀ ਹੈ ਧਨ ਦੀ। ਕਿਸੇ ਦੇ ਰਾਜ ਭਾਗ ਦੀ, ਹਕੂਮਤ ਦੀ ਵੀ ਕੋਈ ਗਿਣਤੀ ਹੈ। ਬਾਹਰਲੀ ਕੋਈ ਵੀ ਵਡਿਆਈ ਜਿਹੜੀ ਹੈ ਉਹਨੂੰ ਆਦਾ ਮਾਪਦੰਡ ਕੋਈ ਹੈ। ਪਰ ਜਿਹੜੇ ਪਰਮਾਤਮਾ ਦੇ ਪਿਆਰ ਵਿੱਚ ਜੁੜ ਗਏ ਨੇ, ਹੁਣ ਪਰਮਾਤਮਾ ਦੀ ਤੇ ਕੋਈ ਆਪਾਂ ਗਿਣਤੀ ਮਿਣਤੀ ਨਹੀਂ ਕਰ ਸਕਦੇ। ਪਰਮਾਤਮਾ ਬੇਅੰਤ ਹੈ, ਜਿਹੜੇ ਪਰਮਾਤਮਾ ਦੇ ਪਿਆਰ ਜੁੜਦੇ ਉਹ ਵੀ ਬੇਅੰਤ ਬਣ ਜਾਂਦੇ ਨੇ। ਪਰਮਾਤਮਾ ਦੀ ਸ਼ੋਭਾ ਨੂੰ ਕੋਈ ਪੂਰਨ ਤੌਰ ਤੇ ਬਿਆਨ ਹੀ ਨਹੀਂ ਕਰ ਸਕਿਆ। ਗੁਰਬਾਣੀ 'ਚ ਸਤਿਗੁਰੂ ਸਾਹਿਬ ਜੀ ਨੇ ਬਚਨ ਕਹੇ ਨੇ ਕਿ ਅੱਜ ਤੱਕ ਬੇਅੰਤ ਲੋਕਾਂ ਨੇ ਯਤਨ ਕੀਤਾ ਕਿ ਪ੍ਰਮਾਤਮਾ ਦੀ ਮਹਿਮਾ ਨੂੰ ਕਿਸੇ ਤਰੀਕੇ ਨਾਲ ਪੂਰਨ ਤੌਰ ਤੇ ਅਸੀਂ ਦੱਸ ਸਕੀਏ, ਬਿਆਨ ਕਰ ਸਕੀਏ। ਗੁਰੂ ਕੇ ਬਚਨ ਪੜ੍ਹਦੇ ਕਿ ਚੱਕਰ ਚਿਹਨ ਅਰਬਰਨ ਜਾ ਤਰਪਾਤ ਨਾ ਹਿੰਜੇ, रूप रंग अरेख पेह को कह न सकत के, अचल मूर्त अनभव प्रकाश अमितोज कहिजय, कोट इंद्र इंद्राण शाह सहान गणिजय, त्रिपवन में हीब सुर नर असुर नेत नेत बन तरण कहत, नेत ने दर्थ के ना इति परे तो परे है। सारे कहते कि परमात्मा वाहिगुरु प्रभु परे तो परे है। हुण परमात्मा की शोभा नूं कोई अज तक पूर्ण तौर पर बयान ही नहीं कर सकिया। जिहड़ा कहंदा ना कि मैं बयान कर सकदा हाँ, गुरबाणी दे बचन के जे को आखे बोल विगाड़ तां लिखिए सिर गावारां गावार। जे कोई कहे कि मैं रब की महिमा बयान कर दी है, समझो वो गवार ही है, वो मूर्ख ही है। रब की महिमा नूं कोई बयान नहीं कर सकता। जे उस परमात्मा की महिमा नूं पूर्ण तौर पर कोई बयान नहीं कर सकता, तो जिहड़े परमात्मा के प्यार जुड़ गए उन्हां दी महिमा असीं की बयान करदी है। सवेर हुंदी है ना, जिस वेले सूरज जिस वेले प्रगट हुंदा है, चढ़दा है, ऐन पूर्व वल्लों प्रभात हुंदी, जिस वेले सूरज दीयां जिहड़ियां पहलियां किरणां ने जिस थां ते पै जाण, सूरज दा रंग उदों गुलाबी जिहा हुंदा है, सुनहरी जिहा हुंदा है। सूरज दीयां किरणां जिथे पै जाण वो अस्थान भी सुनहरी हो जाता है। ये सूरज दीयां किरणां पानी दीयां बूंदां, त्रेल दीयां बूंदां ते पैण, वो बूंदां भी सानूं सुनहरी लगदियां ने। ये सूरज दीयां पहलियां किरणां झरने दे पानी दे उपर पै जाण, जिहड़े वगदे झरने ने, वो पानी भी सानूं सुनहरी लगदा है। ये सूरज दीयां किरणां पहलियां आओ हिमालय पर्वत दीयां बर्फानी चोटियां ते पैण,
ਉਹ ਸਾਨੂੰ ਸੋਨੇ ਰੰਗਾ ਨਜ਼ਰ ਆਉਂਦਾ ਹੈ। ਇਸੇ ਕਰਕੇ ਉਹਨੂੰ ਸੁਮੇਰ ਪਰਬਤ ਕਿਹਾ, ਸੋਨੇ ਰੰਗਾ ਨਜ਼ਰ ਆਉਂਦਾ ਹੈ। ਇਹ ਕਿਰਨਾਂ ਜਿੱਥੇ ਪੈ ਜਾਣ ਉੱਥੇ ਆਪਣਾ ਰੰਗ ਪਾ ਦਿੰਦੀਆਂ ਨੇ। ਇਹ ਤਾਂ ਇੱਕ ਦੁਨਿਆਵੀ ਸੂਰਜ ਦੀ ਗੱਲ ਹੈ ਕਿ ਜਿਹਨੇ ਦੁਨਿਆਵੀ ਸੂਰਜ ਨੂੰ ਪਰਸ ਲਿਆ, ਜਿਹਨੇ ਉਹਦੇ ਦਰਸ਼ਨ ਕਰ ਲਏ ਸਵੇਰੇ। ਆਮ ਹੀ ਆਪਾਂ ਦੇਖਦੇ ਹਾਂ, ਸਿਆਣੇ ਦਾਨੇ ਲੋਕ ਕਹਿੰਦੇ ਸਵੇਰੇ ਉੱਠ ਕੇ ਸੂਰਜ ਨੂੰ ਦੇਖਿਆ ਕਰੋ, ਉਹ ਤੁਹਾਡੇ ਤੇ ਪ੍ਰਭਾਵ ਪਾਉਂਦਾ ਹੈ। ਜੇ ਇਹ ਦੁਨਿਆਵੀ ਸੂਰਜ ਦੇ ਪਹਿਲੇ ਦੀਦਾਰ ਮਨੁੱਖ ਦੇ ਉੱਪਰ ਜਾਂ ਇੱਧਰੋਂ ਆਪਣਾ ਪ੍ਰਭਾਵ ਪਾਉਂਦੇ ਨੇ, ਤੇ ਉਹ ਜਿਹੜਾ ਪ੍ਰਮਾਤਮਾ ਸੂਰਜਾਂ ਦਾ ਸੂਰਜ ਹੈ, ਨਮੋ ਸੂਰ ਸੂਰਜੇ ਨਮੋ ਚੰਦਰ ਚੰਦਰੇ, ਉਹ ਪ੍ਰਮਾਤਮਾ ਜਿਹੜਾ ਹੈ ਉਹਦੇ ਦਰਸ਼ਨ ਜਿਹਨੇ ਪਰਸ ਲਏ, ਉਹਦਾ ਸੰਗ ਸਾਥ ਜਿਹਨੂੰ ਮਿਲ ਗਿਆ, ਉਹਦੀ ਸ਼ੋਭਾ ਅਸੀਂ ਕਿਵੇਂ ਬਿਆਨ ਕਰ ਸਕਾਂਗੇ। ਸਤਿਗੁਰੂ ਸਾਹਿਬ ਜੀ ਕਹਿੰਦੇ ਤਿਨ ਕੀ ਸ਼ੋਭਾ ਕਿਆ ਗਾਣੀ, ਜਿਨ੍ਹਾਂ ਨੂੰ ਪ੍ਰਮਾਤਮਾ ਨੇ ਆਪਣੇ ਨਾਲ ਮੇਲ ਲਿਆ। ਜੇ ਸਾਹਿਬ ਮੇਲੜੀਆਂ, ਜਿਨ੍ਹਾਂ ਨੂੰ ਸਾਹਿਬ ਨੇ ਪ੍ਰਭੂ ਨੇ ਆਪਣੇ ਨਾਲ ਮੇਲ ਲਿਆ, ਗੁਰੂ ਬਾਬਾ ਜੀ ਕਹਿੰਦੇ ਉਹਨਾਂ ਦੀ ਸ਼ੋਭਾ ਅਸੀਂ ਕੀ ਬਿਆਨ ਕਰ ਸਕਦੇ ਹਾਂ। ਮੰਨੇ ਕੀ ਗਤ ਕਹੀ ਨਾ ਜਾਏ, ਜੇ ਕੋ ਕਹੇ ਪਿੱਛੇ ਪਛਤਾਏ, ਕਾਗਦ ਕਲਮ ਨਾ ਲਿਖਣ ਹਾਰ, ਮੰਨੇ ਕਾ ਬਹਿ ਕਾਰਨ ਵਿਚਾਰ। ਸਾਹਿਬ ਸ੍ਰੀ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਕਿ ਜਿਨ੍ਹਾਂ ਨੂੰ ਵਾਹਿਗੁਰੂ ਜੀ ਨੇ ਆਪਣੇ ਨਾਲ ਮੇਲ ਲਿਆ, ਜਿਨ੍ਹਾਂ ਨੂੰ ਪ੍ਰਮਾਤਮਾ ਦੀ ਸੰਗਤ ਮਿਲ ਗਈ, ਉਹੀ ਸ਼ੋਭਾ ਵਾਲੇ ਨੇ। ਉਹਨਾਂ ਦੀ ਸ਼ੋਭਾ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ। ਤਨ ਮਨ ਮੌਲਿਆ ਰਾਮ ਸਿਉ, ਸੰਗ ਸਾਧ ਸਹੇਲੜੀਆਂ। ਪਰਮਾਤਮਾ ਨਾਲ ਮਿਲਣ ਦਾ ਤਰੀਕਾ ਕੀ ਹੈ? ਕਿਉਂਕਿ ਪਰਮਾਤਮਾ ਤੇ ਨਜ਼ਰ ਨਹੀਂ ਆ ਰਿਹਾ। ਪਰਮਾਤਮਾ ਦਾ ਕੋਈ ਰੂਪ ਨਹੀਂ, ਰੰਗ ਨਹੀਂ, ਚੱਕਰ ਨਹੀਂ, ਚਿਹਨ ਨਹੀਂ, ਜਾਤ ਨਹੀਂ, ਪਾਤ ਨਹੀਂ, ਕੋਈ ਆਕਾਰ ਹੀ ਨਹੀਂ ਪਰਮਾਤਮਾ ਦਾ। ਹੁਣ ਜਿਹਦਾ ਆਕਾਰ ਨਹੀਂ ਹੈ ਉਹਦੇ ਨਾਲ ਅਸੀਂ ਮਿਲੀਏ ਕਿਵੇਂ? ਪਹਿਲੀ ਗੱਲ, ਆਕਾਰ ਦੇ ਨਾਲ ਆਕਾਰ ਮਿਲ ਸਕਦਾ ਹੈ, ਨਿਰਾਕਾਰ ਦੇ ਨਾਲ ਆਕਾਰ ਨਹੀਂ ਮਿਲ ਸਕਦਾ। ਜੇ ਅਸੀਂ ਕਹੀਏ ਕਿ ਸਰੀਰਕ ਤੌਰ ਤੇ ਮਿਲ ਪਈਏ, ਨਹੀਂ, ਇਸ ਸਰੀਰ ਵਿੱਚ ਸਾਡੀ ਜੋ ਸੁਰਤ ਹੈ ਉਹਨੇ ਪ੍ਰਮਾਤਮਾ 'ਚ ਜੋੜਨਾ ਹੈ, ਸੁਰਤ ਕਰਕੇ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਜਿਨ੍ਹਾਂ ਨੂੰ ਜ਼ਿੰਦਗੀ ਅੰਦਰ ਸਾਧ ਸੰਗਤ ਮਿਲ ਗਈ, ਤਨ ਮਨ ਮੌਲਿਆ ਰਾਮ ਸਿਉ, ਸੰਗ ਸਾਧ ਸਹੇਲੜੀਆਂ। ਸਤ ਸੰਗਤ ਵਿੱਚ ਜਦੋਂ ਆਏ, ਰੱਬੀ ਪਿਆਰਿਆਂ ਦੀ ਸੰਗਤ ਵਿੱਚ ਜਦੋਂ ਬੈਠੇ, ਉਹਨਾਂ ਦੀ ਸੰਗਤ ਵਿੱਚ ਬੈਠ ਕੇ ਸਾਡਾ ਪ੍ਰਮਾਤਮਾ ਦੇ ਨਾਲ ਮਿਲਾਪ ਹੋਣਾ। ਗੁਰਬਾਣੀ 'ਚ ਸਤਿਗੁਰੂ ਜੀ ਨੇ ਵਾਰ-ਵਾਰ ਇਹ ਗੱਲ ਕਹੀ ਹੈ ਕਿ ਪ੍ਰਮਾਤਮਾ ਨੂੰ ਮਿਲਣ ਦਾ ਇੱਕੋ ਇੱਕ ਥਾਂ ਹੈ ਸਤ ਸੰਗਤ। ਸਤ ਸੰਗਤ ਦਾ ਅਰਥ ਕੋਈ ਮਨੁੱਖਾਂ ਦਾ ਇਕੱਠ ਨਹੀਂ ਹੈ ਕਿ ਜਿੱਥੇ ਬੰਦੇ ਬੈਠੇ ਹੋ ਇਕੱਠ ਬਣ ਜਾਏਗਾ। ਸਤ ਸੰਗਤ ਦਾ ਅਰਥ ਹੈ ਕਿ ਜਿੱਥੇ ਪ੍ਰਮਾਤਮਾ ਦੀ ਵਿਚਾਰਧਾਰਾ ਵਾਲੇ ਲੋਕ ਬੈਠੇ ਨੇ, ਜਿਨ੍ਹਾਂ ਦੀ ਸੁਰਤ ਪ੍ਰਮਾਤਮਾ ਵਾਲੇ ਬੰਨੇ ਲੱਗੀ ਹੋਈ ਹੈ, ਉਹਨਾਂ ਦੀ ਸੰਗਤ ਵਿੱਚ ਜਦੋਂ ਆਵਾਂਗੇ, ਸਾਧੂ ਜਨਾਂ ਦੀ ਸੰਗਤ ਵਿੱਚ ਅਸੀਂ ਆਵਾਂਗੇ, ਫਿਰ ਉਹਨਾਂ ਦੀ ਸੰਗਤ ਵਿੱਚ ਬੈਠ ਕੇ ਸਾਡਾ ਤਨ ਮਨ ਮੌਲ ਜਾਏਗਾ, ਖਿੜ ਜਾਏਗਾ। ਦੇਖੋ, ਸੁਰਤ ਜਿਸ ਬੰਨੇ ਲੱਗੇ ਉਹਦਾ ਪ੍ਰਭਾਵ ਸਾਡੇ ਸਰੀਰ ਤੇ ਪੈਂਦਾ ਹੈ, ਸਾਡੇ ਮਨ ਤੇ ਪੈਂਦਾ ਹੈ। ਸਾਡੀ ਸੁਰਤ ਵਿੱਚ ਚਿੰਤਾ ਹੋਏ ਨਾ, ਤੇ ਉਹ ਚਿੰਤਾ ਚਿਹਰੇ ਤੋਂ ਨਜ਼ਰ ਆਉਂਦੀ ਹੈ। ਸਾਡੀ ਸੁਰਤ ਵਿੱਚ ਕੋਈ ਦੁੱਖ ਹੋਏ, ਉਹ ਦੁੱਖ ਚਿਹਰੇ ਤੋਂ ਨਜ਼ਰ ਆਉਂਦਾ ਹੈ। ਆਪਾਂ ਦੇਖ ਕੇ ਕਹਿੰਦੇ ਬੜਾ ਦੁਖੀ ਹੈ, ਕੀ ਗੱਲ ਹੈ? ਜਿਸ ਮਨੁੱਖ ਦੀ ਸੁਰਤ ਵਿੱਚ ਹੈ ਹੀ ਪ੍ਰਮਾਤਮਾ ਹੈ, ਉਹ ਵਾਹਿਗੁਰੂ ਜੀ ਦੀ ਵਡਿਆਈ ਕਰਦੇ ਆ। ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਸਤ ਸੁਹਾਣ ਸਦਾ ਮਨ ਚਾਓ। ਜਿਹੜਾ ਪ੍ਰਮਾਤਮਾ ਸਦਾ ਕਾਇਮ ਰਹਿਣ ਵਾਲਾ ਹੈ, ਜਿਹੜਾ ਪ੍ਰਮਾਤਮਾ ਸੋਹਣੇ ਸਰੂਪ ਵਾਲਾ ਹੈ, ਜਿਹੜਾ ਪ੍ਰਮਾਤਮਾ ਸਦਾ ਚਾਓ ਵਿੱਚ ਰਹਿਣ ਵਾਲਾ ਹੈ। ਚਾਓ ਦਾ ਅਰਥ ਹੈ ਸਦਾ ਚੜ੍ਹਦੀ ਕਲਾ 'ਚ। ਉਸ ਪ੍ਰਮਾਤਮਾ ਦੇ ਪਿਆਰ ਜਦੋਂ ਅਸੀਂ ਜੁੜਾਂਗੇ, ਸਾਡੇ ਅੰਦਰ ਵੀ ਚਾਓ ਪੈਦਾ ਹੋ ਜਾਏਗਾ। ਗੁਰੂ ਅਰਜਨ ਸਾਹਿਬ ਜੀ ਨੇ ਬਚਨ ਕਿਹਾ ਸੀ, ਹਰ ਕਾ ਨਾਮ ਧਿਆਏ ਕਹਿ ਹਰਿਆ ਪਾਈ, ਕਰਮ ਲਿਖਨ ਤੇ ਪਾਈਏ ਇਹ ਰੁੱਤ ਸਹਾਈ। ਭਾਈ ਵਾਹਿਗੁਰੂ ਜੀ ਦੇ ਪਿਆਰ 'ਚ ਜੁੜ ਕੇ ਅਸੀਂ ਹਰੇ ਭਰੇ ਹੋ ਸਕਦੇ ਹਾਂ। ਅਸੀਂ ਸੁੱਕਦੇ ਕਦੋਂ ਆ? ਜਦੋਂ ਕਿਸੇ ਬੂਟੇ ਨੂੰ ਪਾਣੀ ਨਾ ਮਿਲੇ, ਉਹ ਬੂਟਾ ਫਿਰ ਸੁੱਕਣਾ ਸ਼ੁਰੂ ਹੋ ਜਾਂਦਾ ਹੈ। ਸਰੀਰਕ ਤੌਰ ਤੇ ਜਿਉਂਦੇ ਰਹਿਣ ਲਈ ਸਾਨੂੰ ਖੁਰਾਕ ਦੀ ਲੋੜ ਹੈ। ਉਹ ਭੋਜਨ ਅਸੀਂ ਖਾਂਦੇ ਹਾਂ, ਭੋਜਨ ਨਾ ਖਾਈਏ ਸਰੀਰਕ ਤੌਰ ਤੇ ਕਮਜ਼ੋਰ ਹੋ ਜਾਂਦੇ ਹਾਂ। ਬਿਲਕੁਲ ਇਸੇ ਤਰੀਕੇ ਨਾਲ ਮਾਨਸਿਕ ਤੌਰ ਤੇ ਪ੍ਰਸੰਨ ਰਹਿਣ ਦੇ ਲਈ, ਇਵੇਂ ਕਹਿ ਲਓ ਕਿ ਸੁਰਤ ਕਰਕੇ ਖੇੜੇ 'ਚ ਰਹੀਏ, ਚਾਓ 'ਚ ਰਹੀਏ, ਉਹਦੇ ਲਈ ਸਾਨੂੰ ਰੱਬੀ ਪਿਆਰ ਦੀ ਲੋੜ ਹੈ, ਰੱਬੀ ਗੁਣਾਂ ਦੀ ਲੋੜ ਹੈ। ਸਾਡੀ ਖੁਰਾਕ ਜਿਹੜੀ ਹੈ ਉਹ ਰੱਬੀ ਗੁਣ ਨੇ। ਜਦੋਂ ਸਤ ਸੰਗਤ ਵਿੱਚ ਜੁੜਦਾ ਕੋਈ ਪ੍ਰਾਣੀ, ਸਤਿਗੁਰੂ ਸਾਹਿਬ ਜੀ ਕਹਿੰਦੇ ਤਨ ਮਨ ਮੌਲਿਆ ਰਾਮ ਸਿਉ, ਸੰਗ ਸਾਧ ਸਹੇਲੜੀਆਂ। ਸਤ ਸੰਗਤ ਵਿੱਚ ਆ ਕੇ ਉਹ ਜੁੜੇ ਸ਼ਬਦ ਨਾਲ, ਜੁੜੇ ਪ੍ਰਮਾਤਮਾ ਦੇ ਪਿਆਰ ਨਾਲ, ਉਹ ਗੱਲਾਂ ਨਾ ਕਰਦਾ ਰਹੇ ਕਿਤੇ ਇੱਧਰ ਉੱਧਰ ਟਾਈਮ ਪਾਸ ਨਾ ਕਰੇ।
ਗੁਰਬਾਣੀ ਨੇ ਸਾਨੂੰ ਕਿਹਾ ਹੈ ਕਿ ਸਤ ਸੰਗਤ ਵਿੱਚ ਆਉਂਦੇ ਆ ਜਾਂ ਧਰਮ ਦੀ ਕੋਈ ਗੱਲ ਕਰਦੇ ਆ, ਬਾਣੀ ਪੜ੍ਹਦੇ ਆ ਜਾਂ ਕੋਈ ਕੰਮ ਕਰਦੇ ਆ, ਜਿਹੜਾ ਕੰਮ ਚਾਹ ਦੇ ਨਾਲ ਕਰਾਂਗੇ ਨਾ ਉਹ ਕੰਮ ਹੀ ਫਲੀਭੂਤ ਹੋਏਗਾ। ਪਰ ਜਿਹੜਾ ਬੱਧੇ ਰੁੱਧੇ ਕਰਾਂਗੇ, ਦੇਖਾ ਦੇਖੀ ਕਰਾਂਗੇ, ਉਹ ਸਾਡੀ ਜ਼ਿੰਦਗੀ 'ਚ ਆਨੰਦ ਪੈਦਾ ਨਹੀਂ ਕਰੇਗਾ। ਗੁਰਬਾਣੀ ਦਾ ਇੱਕ ਬਚਨ ਕਿ ਬੱਧਾ ਚੱਟੀ ਜੋ ਭਰੇ, ਨਾ ਗੁਣ ਨਾ ਉਪਕਾਰ, ਛੇਤੀ ਕੁਸੀ ਸਵਾਰੀਏ ਨਾਨਕ ਕਾਰ ਸਾਰ। ਜਿਹੜਾ ਬੱਧੇ ਰੁੱਧਿਆਂ ਕੰਮ ਕਰਾਂਗੇ ਉਹਦੇ 'ਚੋਂ ਨਾ ਅਸੀਂ ਕਿਸੇ ਦਾ ਕੁਝ ਸਵਾਰ ਸਕਾਂਗੇ, ਨਾ ਆਪਣਾ ਕੋਈ ਭਲਾ ਕਰ ਸਕਾਂਗੇ। ਤੇ ਜੇ ਕੰਮ ਕਰਨਾ ਸਤਿਗੁਰੂ ਜੀ ਕਹਿੰਦੇ ਚਾਅ ਨਾਲ ਕਰੀਏ। ਜਦੋਂ ਅਸੀਂ ਚਾਅ ਨਾਲ ਸਤ ਸੰਗਤ ਵਿੱਚ ਆਉਂਦੇ ਹਾਂ, ਸਤਿਗੁਰੂ ਜੀ ਕਹਿੰਦੇ ਤਨ ਮਨ ਮੌਲਿਆ ਰਾਮ ਸਿਉ ਸੰਗ ਸਾਧ ਸਹੇਲਣੀਆਂ। ਸਤ ਸੰਗਤ ਵਿੱਚ ਆ ਕੇ ਇਹ ਗੁਰਮੁਖ ਜਨ ਸਾਡੇ ਸਹੇਲੜੀਆਂ ਨੇ, ਮਿੱਤਰ ਨੇ, ਦੋਸਤ ਨੇ, ਸਖੀਆਂ ਨੇ। ਇਹਨਾਂ ਦੀ ਸੰਗਤ ਵਿੱਚ ਬੈਠਿਆਂ, ਪਰਮਾਤਮਾ ਦੇ ਪਿਆਰ ਵਿੱਚ ਜੁੜਿਆਂ, ਤਨ ਮਨ ਸਾਡਾ ਮੌਲ ਜਾਂਦਾ। ਤਨ ਕਰਕੇ ਇਵੇਂ ਮੌਲਦੇ ਆ ਕਿ ਸਾਡੇ ਇੰਦਰੇ ਜਿਹੜੇ ਨੇ, ਅੱਖਾਂ, ਕੰਨ, ਨੱਕ, ਰੱਬ ਦੇ ਪਿਆਰ ਜੁੜਦੇ ਨੇ, ਇਹ ਵੀ ਮੌਲਦੇ ਨੇ। ਔਰ ਮਨ ਕਰਕੇ ਵੀ ਅਸੀਂ ਪ੍ਰਸੰਨ ਹੁੰਦੇ ਹਾਂ। ਪਰ ਕਦੋਂ? ਜਦੋਂ ਸਤ ਸੰਗਤ ਵਿੱਚ ਆ ਕੇ ਬੈਠਦੇ ਹਾਂ। ਸਾਧ ਜਨਾਂ ਤੇ ਬਾਹਰੀ ਸੇ ਰਹਿਣ ਅਕੇਲੜੀਆਂ। ਧੰਨ ਸ਼੍ਰੀ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਕਹਿੰਦੇ ਨੇ ਕਿ ਜਿਹੜੀਆਂ ਜੀਵ ਰੂਪੀ ਇਸਤਰੀਆਂ ਸਤ ਸੰਗਤ ਤੋਂ ਵਾਂਝੀਆਂ ਰਹਿ ਗਈਆਂ, ਗੁਰੂ ਦੀ ਸੰਗਤ ਤੋਂ ਵਾਂਝੀਆਂ ਰਹਿ ਗਈਆਂ, ਉਹ ਜ਼ਿੰਦਗੀ ਵਿੱਚ ਇਕੱਲੀਆਂ ਰਹਿੰਦੀਆਂ ਨੇ। ਭਾਵ ਉਹਨਾਂ ਦੀ ਸੁਰਤ ਜਿਹੜੀ ਹੈ ਉਹ ਪਰਮਾਤਮਾ ਨਾਲੋਂ ਟੁੱਟੀ ਰਹਿੰਦੀ, ਇਕੱਲੀ ਰਹਿੰਦੀ ਹੈ। ਸੁਰਤ ਨੂੰ ਕਿਸੇ ਆਸਰੇ ਦੀ ਲੋੜ ਹੈ। ਸੰਸਾਰਕ ਤੌਰ ਤੇ ਵੀ ਅਸੀਂ ਆਸਰਾ ਭਾਲਦੇ ਹਾਂ ਕਿ ਕੋਈ ਸਾਡਾ ਸੰਗ ਸਾਥ ਮਿਲ ਜਾਏ। ਗੁਰਬਾਣੀ ਵਿੱਚ ਸਤਿਗੁਰੂ ਜੀ ਨੇ ਇਸ ਜਗਤ ਨੂੰ ਬਗਾਨੀ ਜੂ ਵੀ ਕਿਹਾ ਹੈ, ਜੰਗਲ ਵੀ ਕਿਹਾ ਹੈ। ਬਾਹਰ ਵਿਡਾਨੜੇ ਹੁਮਸ ਧੁਮਸ ਕੂਕਾਂ ਪਈਆਂ ਰਾਹੀ। ਸਤਿਗੁਰੂ ਸਾਹਿਬ ਜੀ ਕੇ ਤੋ ਨਾਨਕ ਤੋ ਸਿੰਘ ਲਗੜੀ ਜੋੜੀ ਆਨੰਦ ਸੇਤੀ ਬਨ ਗਾਹੀ। ਬਨ ਦਾ ਅਰਥ ਹੁੰਦਾ ਜੰਗਲ। ਇਕੱਲਾ ਬੰਦਾ ਹੋਵੇ ਨਾ ਜੰਗਲ ਵਿੱਚ ਜਾਂ ਸਫ਼ਰ ਵਿੱਚ, ਇਕੱਲਾ ਬੰਦਾ ਹੋਏ ਐਵੇਂ ਚੁੱਪ ਜਿਹਾ ਬੈਠਾ ਰਹੇਗਾ ਜੰਗਲ ਵਿੱਚ ਤੇ ਬੜਾ ਉਦਾਸ ਜਿਹਾ ਨਜ਼ਰ ਆਏਗਾ। ਪਰ ਜੇ ਕਿਤੇ ਉਹਨੂੰ ਕੋਈ ਸੰਗ ਸਾਥ ਮਿਲ ਜਾਏ ਫਿਰ ਉਹਦੇ ਅੰਦਰ ਕੋਈ ਚਾਅ ਜਾਗਦਾ ਹੈ, ਉਦਾਸੀ ਖਤਮ ਹੁੰਦੀ ਹੈ। ਇਹ ਜ਼ਿੰਦਗੀ ਵਿੱਚ ਜੇ ਅਸੀਂ ਇਕੱਲੇ ਰਵਾਂਗੇ, ਸਰੀਰਕ ਤੌਰ ਤੇ ਇਕੱਲੇ ਰਹੀਏ, ਉਹ ਵੀ ਦੁੱਖਾਂ ਦਾ ਕਾਰਨ ਹੈ। ਤੇ ਜੇ ਸਾਡੀ ਸੁਰਤ ਇਕੱਲੀ ਹੋਏ, ਸੁਰਤ ਨੂੰ ਵੀ ਕਿਸੇ ਆਸਰੇ ਦੀ ਲੋੜ ਹੈ। ਸਾਡੀ ਸੁਰਤ ਦਾ ਆਸਰਾ ਸਭ ਤੋਂ ਵੱਡਾ ਹੈ ਗੁਰੂ ਕਾ ਸ਼ਬਦ, ਪਰਮਾਤਮਾ ਦਾ ਨਾਮ। ਉਹਨੇ ਸਾਡੀ ਸੁਰਤ ਦਾ ਸਾਥ ਦੇਣਾ। ਦੁਨੀਆ ਦੀ ਕੋਈ ਚੀਜ਼ ਸਾਡੀ ਕਦੀ ਸੰਗ ਸਾਥ ਨਹੀਂ ਬਣ ਸਕਦੀ। ਅਸੀਂ ਪਦਾਰਥਾਂ ਨੂੰ ਆਸਰਾ ਬਣਾਏ, ਪਦਾਰਥਾਂ ਸਾਡੇ ਜਿਉਂਦੇ ਜੀ ਸਾਨੂੰ ਛੱਡ ਜਾਂਦੇ ਨੇ। ਅਸੀਂ ਮਨੁੱਖਾਂ ਨੂੰ ਆਸਰਾ ਬਣਾਏ, ਮਨੁੱਖ ਦੇ ਜਿਉਂਦੇ ਜੀ ਕਈ ਵਾਰੀ ਸਾਨੂੰ ਧੋਖਾ ਦੇ ਜਾਂਦੇ ਨੇ, ਸਾਡਾ ਸਾਥ ਨਹੀਂ ਦਿੰਦੇ। ਰੁਤਬੇ ਵੀ ਸਦਾ ਸਾਡੇ ਸਾਥ ਨਹੀਂ ਰਹਿੰਦੇ। ਸਾਡਾ ਸੰਗੀ ਸਾਥੀ ਕੇਵਲ ਤਾਂ ਕੇਵਲ ਪਰਮਾਤਮਾ ਦਾ ਨਾਮ ਹੈ। ਗੁਰਬਾਣੀ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕਿਹਾ ਹੈ ਕਿ ਵਾਹਿਗੁਰੂ ਵਰਗਾ ਸੰਗੀ ਸਾਥੀ ਹੋਰ ਕੋਈ ਨਹੀਂ ਹੈ, ਪਰਮਾਤਮਾ ਵਰਗਾ ਮਿੱਤਰ ਕੋਈ ਨਹੀਂ ਹੈ। ਇਸ ਕਰਕੇ ਸਾਹਿਬ ਜੀ ਕਹਿੰਦੇ ਕਿ ਜਿਨ੍ਹਾਂ ਨੇ ਪਰਮਾਤਮਾ ਨਾਲ ਸਾਂਝ ਪਾ ਲਈ ਉਹ ਤੇ ਤਨ ਮਨ ਕਰਕੇ ਖੇੜੇ ਵਿੱਚ ਆ ਗਏ। ਪਰ ਸਾਧ ਜਨਾਂ ਤੇ ਬਾਹਰੀ ਸਿੱਖ ਰਹਿਣ ਅਕੇਲੜੀਆਂ। ਜਿਹੜੀਆਂ ਸਤ ਸੰਗਤ ਤੋਂ ਵਾਂਝੀਆਂ ਰਹਿ ਜਾਂਦੀਆਂ ਨੇ ਜੀਵ ਰੂਪੀ ਇਸਤਰੀਆਂ, ਉਹ ਜ਼ਿੰਦਗੀ ਭਰ ਇਕੱਲੀਆਂ ਰਹਿੰਦੀਆਂ ਨੇ। ਉਹਨਾਂ ਦੀ ਸੁਰਤ ਇਕੱਲੀ ਰਹਿੰਦੀ ਹੈ। ਸੁਰਤ ਕਰਕੇ ਉਹ ਹਮੇਸ਼ਾ ਇਕੱਲਤਾ ਦਾ ਦੁੱਖ ਭੋਗਦੇ ਰਹਿੰਦੇ ਨੇ। ਤਿੰਨ ਦੁੱਖ ਨਾ ਕਬਹੂ ਉਤਰੈ ਸੇ ਜਮ ਕੇ ਵਸ ਪੜੀਆਂ। ਸਾਹਿਬ ਜੀ ਕਹਿੰਦੇ ਕਿ ਉਹਨਾਂ ਦਾ ਇਹ ਇਕੱਲਤਾ ਦਾ ਦੁੱਖ ਜਿਹੜਾ ਨਾ ਕਦੀ ਮੁੱਕਦਾ ਨਹੀਂ ਹੈ। ਦੇਖੋ, ਹਰ ਮਨੁੱਖ ਦੇ ਅੰਦਰ ਇੱਕ ਵੈਕਮ ਹੈ ਜਿਹਨੂੰ ਆਪਾਂ ਖਲਾ ਕਹਿੰਦੇ, ਬੇਚੈਨੀ ਹੈ। ਉਸ ਬੇਚੈਨੀ ਨੂੰ ਦੂਰ ਕਰਨ ਦੇ ਲਈ ਨਾ ਅਸੀਂ ਕਹਿੰਦੇ ਹਾਂ ਕੋਈ ਸਾਡੇ ਮਿੱਤਰ ਹੋਣ, ਦੋਸਤ ਹੋਣ। ਬਣ ਜਾਂਦੇ ਨੇ ਮਿੱਤਰ ਦੋਸਤ, ਬੜੇ ਨੇ ਸਾਡੇ ਜ਼ਿੰਦਗੀ ਦੇ ਅੰਦਰ। ਇੱਕ ਨੂੰ ਬੇਚੈਨੀ ਫਿਰ ਵੀ ਮੁੱਕਦੀ ਨਹੀਂ ਹੈ। ਫਿਰ ਬੰਦਾ ਸੋਚਦਾ ਕੋਈ ਧਨ ਦੌਲਤ ਹੋਏ ਨਾ, ਬੰਦਾ ਪੈਸਾ ਵੀ ਕਮਾ ਲੈਂਦਾ। ਪੈਸੇ ਕਮਾ ਕੇ ਵੀ ਇੱਕ ਬੇਚੈਨੀ ਜੀ ਸਾਡੇ ਅੰਦਰ ਬਣੀ ਰਹਿੰਦੀ, ਵੈਕਮ ਬਣਿਆ ਰਹਿੰਦਾ। ਬੰਦਾ ਸੋਚਦਾ ਕੋਈ ਬਹੁਤ ਵੱਡੀ ਰਾਜਗੱਦੀ ਹੋਏ, ਰੁਤਬਾ ਹੋਏ, ਫਿਰ ਮਨ ਦੀ ਸੈਟਿਸਫੈਕਸ਼ਨ ਹੋ ਜਾਏਗੀ। ਉਹ ਰਾਜਗੱਦੀਆਂ ਵੀ ਆ ਜਾਂਦੀਆਂ ਨੇ, ਭਟਕਣਾ ਉਵੇਂ ਬਣੀ ਰਹਿੰਦੀ, ਬੇਚੈਨੀ ਉਵੇਂ ਬਣੀ ਰਹਿੰਦੀ ਹੈ। ਦਰਅਸਲ ਉਹ ਜਿਹੜੀ ਬੇਚੈਨੀ ਹੈ ਨਾ, ਉਹ ਵੈਕਮ ਹੈ ਜਿਹੜਾ ਸਾਡੇ ਅੰਦਰ, ਉਹ ਦੂਰ ਹੋਏਗਾ ਜਦੋਂ ਸਾਡੀ ਪਰਮਾਤਮਾ ਨਾਲ ਸਾਂਝ ਬਣੇਗੀ। ਆਕਾਰ ਦਾ ਆਕਾਰ ਨਾਲ ਪਿਆਰ ਬਣੇ, ਆਕਾਰ ਸੰਤੁਸ਼ਟ ਹੁੰਦਾ ਹੈ। ਨਿਰਾਕਾਰ ਦਾ ਨਿਰਾਕਾਰ ਨਾਲ ਪਿਆਰ ਬਣੇਗਾ। ਇਸ ਕਰਕੇ ਸਾਡੀ ਜੋ ਸੁਰਤ ਹੈ,
ਜਦੋਂ ਪਰਮਾਤਮਾ ਦੇ ਪਿਆਰ ਵਿੱਚ ਜੁੜੇਗੀ, ਉਦੋਂ ਇਹਦਾ ਇਹ ਦੁੱਖ ਇਕੱਲਤਾ ਦਾ, ਜਾਂ ਇਵੇਂ ਕਹਿ ਲਓ ਉਹ ਜਿਹੜਾ ਅੰਦਰ ਵੈਕਮ ਹੈ ਉਹ ਦੂਰ ਹੋਵੇਗਾ। ਪਰ ਜਿੰਨਾ ਚਿਰ ਸਾਨੂੰ ਉਸ ਪਰਮਾਤਮਾ ਦੀ ਸਾਂਝ ਨਹੀਂ ਮਿਲਦੀ, ਸਤਿਗੁਰੂ ਜੀ ਕਹਿੰਦੇ ਇਹ ਦੁੱਖ ਇਕੱਲਤਾ ਦਾ ਕਦੀ ਦੂਰ ਨਹੀਂ ਹੋਣਾ। ਸਾਰੀ ਜ਼ਿੰਦਗੀ ਜਿਹੜੀ ਇਹ ਦੁੱਖਾਂ 'ਚ ਪਈ ਰਹੇਗੀ। ਸਤਿਗੁਰੂ ਜੀ ਨੇ ਸਮਝਾਇਆ ਹੈ, ਅਨ ਕੈ ਰਾਤੜਿਆ ਵਾਟ ਦੁਹੇਲੀ ਰਾਮ, ਪਾਪ ਕਮਾਵਦਿਆਂ ਤੇਰਾ ਕੋਏ ਨਾ ਬੇਲੀ ਰਾਮ। ਅਨੰਦ ਅਰਥ ਹੈ ਹੋਰ, ਕਿ ਆਪਣੇ ਪਰਮਾਤਮਾ ਤੋਂ ਬਿਨਾਂ ਹੋਰ ਬੰਨੇ ਜੁੜੇ ਹੋਏ ਪ੍ਰਾਣੀ, ਤੈਨੂੰ ਪਤਾ ਨਹੀਂ ਹੈ ਤੇਰੀ ਆਉਣ ਵਾਲੀ ਜ਼ਿੰਦਗੀ ਦੀ ਵਾਟ ਬੜੀ ਔਖੀ ਹੈ, ਸਫ਼ਰ ਬੜਾ ਬਿਖਮ ਹੈ। ਅਨ ਕੈ ਰਾਤੜਿਆ ਵਾਟ ਮੈਣਾ ਸਫ਼ਰ ਰਸਤਾ, ਦੁਹੇਲੀ ਰਾਮ, ਦੁਹੇਲੀ ਮੈਣਾ ਦੁੱਖਾਂ ਭਰਪੂਰ। ਸਾਡੀ ਜ਼ਿੰਦਗੀ ਦੀ ਮੰਜ਼ਿਲ ਕੋਈ ਸੌਖੀ ਨਹੀਂ ਹੈ। ਸਾਹਿਬ ਜੀ ਕਹਿੰਦੇ ਪਾਪ ਕਮਾਵਦੇ ਆ ਤੇਰਾ ਕੋਈ ਨਾ ਬੇਲੀ ਰਾਮ। ਜੇ ਤੂੰ ਸਾਰੀ ਜ਼ਿੰਦਗੀ ਪਾਪ ਕਰਮ ਕਰਦਾ ਰਿਹਾ ਨਾ, ਕਿਸੇ ਨੇ ਸੰਗ ਸਾਥ ਨਹੀਂ ਦੇਣਾ ਤੇਰਾ, ਕੋਈ ਤੇਰਾ ਮਿੱਤਰ ਨਹੀਂ ਬਣਨਾ। ਅੱਜ ਜਿੰਨੇ ਹੁਣ ਤੈਨੂੰ ਨਜ਼ਰ ਆਉਂਦੇ ਨਾ, ਇਹ ਤੇ ਸਿਰਫ ਸੁੱਖਾਂ ਦੀ ਖਾਤਰ ਨੇ। ਸੁੱਖ ਕਹਿ ਸੁਖ ਮੈਂ ਆਨ ਬਹੁਤ ਮਿਲ ਬੈਠਤ ਰਹਿਤ, ਚਾਹੋਂ ਦਿਸ ਘੇਰੈ ਬਿਵਤ ਪਰੀ, ਸਭ ਹੀ ਸਗ ਛਾੜਤ ਕੋ ਨ ਆਵਤ ਨੇਰੈ। ਜਦੋਂ ਬਿਵਤਾ ਹੁੰਦੀ ਉਦੋਂ ਸੰਗ ਸਖਾ ਸਭ ਤੱਜ ਗਏ, ਕੋਈ ਨਾ ਨਿਭਿਓ ਸਾਥ। ਸਤਿਗੁਰੂ ਜੀ ਕਹਿੰਦੇ ਕੋਈ ਸਾਥ ਨਹੀਂ ਦਿੰਦਾ ਉਸ ਵੇਲੇ। ਸਤਿਗੁਰੂ ਜੀ ਕਹਿੰਦੇ ਕੋਈ ਨਾ ਬੇਲੀ ਹੋਏ ਤੇਰਾ, ਸਦਾ ਪਛੋਂ ਤਾਵੇਂ, ਗੁਣ ਗੋਪਾਲ ਨ ਜਪੇ ਰਸਨਾ, ਫਿਰ ਕਦੋਂ ਸੇਦੇ ਆਵੇਂ। ਉਹ ਭਲਿਆ ਕਿਸੇ ਨੇ ਤੇਰਾ ਸੰਗ ਸਾਥ ਨਹੀਂ ਦੇਣਾ, ਫਿਰ ਇਕੱਲਾ ਤੂੰ ਬੜਾ ਪਛਤਾਏਂਗਾ, ਬੜਾ ਦੁਖੀ ਹੋਏਗਾ। ਉਹ ਹੁਣ ਤੂੰ ਪਰਮਾਤਮਾ ਦੇ ਗੁਣ ਨਹੀਂ ਗਾਉਂਦਾ, ਆ ਜ਼ਿੰਦਗੀ ਮੁੜ ਕੇ ਮਿਲਣੀ ਹੈ। ਹੁਣ ਤੰਦਰੁਸਤੀ ਹੈ, ਹੁਣ ਜਵਾਨੀ ਹੈ, ਹੁਣ ਅਸੀਂ ਦੇਖ ਸਕਦੇ ਹਾਂ, ਹੁਣ ਅਸੀਂ ਸੁਣ ਸਕਦੇ ਹਾਂ, ਹੁਣ ਅਸੀਂ ਬੋਲ ਸਕਦੇ ਹਾਂ, ਹੁਣ ਸਰੀਰ ਵਿੱਚ ਤਾਕਤ ਹੈ। ਜੇ ਹੁਣ ਪਰਮਾਤਮਾ ਦੇ ਪਿਆਰ 'ਚ ਨਾ ਜੁੜੇ, ਫਿਰ ਕਦੋਂ ਸੇ ਦੇ ਆਵੇ। ਇਹ ਦਿਨ ਮੁੜ ਕੇ ਆਉਣੇ ਨੇ। ਸਮਾਂ ਚਲੇ ਗਿਆ, ਮੁੜ ਕੇ ਵਾਪਸ ਨਹੀਂ ਆਉਂਦਾ। ਜਵਾਨੀ ਚਲ ਗਈ, ਮੁੜ ਕੇ ਵਾਪਸ ਨਹੀਂ ਆਉਂਦੀ। ਆਏ ਦਿਨ ਸਾਡਾ ਸਰੀਰ ਜਿਹੜਾ ਨਾ ਉਹ ਅੰਦਰੋਂ ਮਰਦਾ ਰਹਿੰਦਾ, ਅੰਦਰੋਂ ਘਟਦਾ ਰਹਿੰਦਾ, ਕਮਜ਼ੋਰ ਹੁੰਦਾ ਰਹਿੰਦਾ। ਹਰ ਦਿਨ ਸਾਡੇ ਸਰੀਰ 'ਚ ਬਹੁਤ ਵੱਡੀ ਤਬਦੀਲੀ ਆਉਂਦੀ ਹੈ। ਕਿ ਗੁਰੂ ਬਾਬਾ ਜੀ ਕਹਿੰਦੇ ਗੱਲ ਚੇਤੇ ਰੱਖੀ, ਜਿਵੇਂ ਤਰਵਰ ਮਿਸ਼ੂਨੇ ਨੇ ਪਾਤ ਜੁੜਤੇ, ਜਮ ਮਗ ਗੌਨ ਅਕੇਲੀ। ਤਰਵਰ ਕਹਿੰਦੇ ਦਰਖਤ ਨੂੰ, ਪਾਤ ਕਹਿੰਦੇ ਪੱਤਿਆਂ ਨੂੰ। ਉਹ ਭਲਿਆ ਜਿਵੇਂ ਦਰਖਤ ਦੇ ਪੱਤੇ ਟੁੱਟ ਜਾਣ ਤੇ ਮੁੜ ਕੇ ਪੱਤੇ ਜਿਹੜੇ ਨੇ ਟਾਹਣੀ ਨਾਲ ਨਹੀਂ ਜੁੜਦੇ, ਦੂਜੇ ਪੱਤੇ ਵੀ ਉਹਦਾ ਸਾਥ ਨਹੀਂ ਦਿੰਦੇ। ਤਰਵਰ ਵਿਛੁੰਨੇ ਨੇ ਪਾਤ ਜੁੜਤੇ, ਜਮ ਮਗ ਗੌਨ ਅਕੇਲੀ। ਜਿਵੇਂ ਦਰਖਤ ਦੇ ਪੱਤੇ ਟੁੱਟ ਜਾਣ ਮੁੜ ਕੇ ਨਹੀਂ ਜੁੜ ਸਕਦੇ, ਜਿਹੜਾ ਪ੍ਰਾਣੀ ਇਸ ਧਰਤੀ ਤੋਂ ਚਲੇ ਗਿਆ, ਜਿਹੜਾ ਸਮਾਂ ਸਾਡੇ ਹੱਥੋਂ ਨਿਕਲ ਗਿਆ, ਜਿਹੜੀ ਉਮਰ ਸਾਡੇ ਹੱਥੋਂ ਨਿਕਲ ਗਈ, ਉਹ ਮੁੜ ਕੇ ਨਹੀਂ ਮਿਲਣੀ। ਜਮ ਮਗ ਗੌਨ ਅਕੇਲੀ, ਜਮਾਂ ਦੇ ਮਾਰਗ ਤੇ ਇਕੱਲਿਆਂ ਜਾਣਾ ਪਵੇਗਾ। ਬਿਨਵੰਤ ਨਾਨਕ ਬਿਨ ਨਾਮ ਹਰ ਕੇ ਸਦਾ ਫਿਰਤ ਦੁਹੇਲੀ। ਸਤਿਗੁਰੂ ਜੀ ਦੇਖੋ ਕਿੰਨੀ ਨਿਮਰਤਾ ਨਾਲ ਕਹਿੰਦੇ, ਨਾਨਕ ਬੇਨਤੀ ਕਰਕੇ ਇਹ ਗੱਲ ਕਹਿ ਰਿਹਾ, ਭਲਿਆ ਨਾਮ ਤੋਂ ਬਿਨਾ ਤੂੰ ਹਮੇਸ਼ਾ ਦੁਖੀ ਰਹੇਗਾ। ਸਾਡੀ ਸੁਰਤ ਦਾ ਸਾਥੀ ਜਿਹੜਾ ਹੈ ਉਹ ਕੇਵਲ ਪਰਮਾਤਮਾ ਦਾ ਨਾਮ ਹੈ। ਪਰਮਾਤਮਾ ਦੇ ਨਾਮ ਦਾ ਅਰਥ ਕਿ ਪਰਮਾਤਮਾ ਦੇ ਪਿਆਰ ਵਿੱਚ ਜੁੜ ਕੇ ਜੋ ਰੱਬੀ ਸੁਭਾਅ ਸਾਡਾ ਬਣ ਜਾਂਦਾ ਹੈ, ਜੋ ਰੱਬੀ ਗੁਣ ਸਾਡੇ ਅੰਦਰ ਆ ਜਾਂਦੇ, ਉਹ ਸਾਡੇ ਸੰਗੀ ਸਾਥੀ ਨੇ। ਇਸ ਕਰਕੇ ਸਤਿਗੁਰੂ ਸਾਹਿਬ ਜੀ ਕਹਿੰਦੇ ਕਿ ਇਹ ਜਿਹੜਾ ਇਕੱਲਤਾ ਦਾ ਦੁੱਖ ਹੈ ਨਾ, ਤਿੰਨ ਦੁੱਖ ਨ ਕਬਹੂ ਉਤਰੈ, ਸੇ ਜਮ ਕੇ ਵਸ ਪੜੀਆਂ ਹਾਂ। ਜਿਹੜੀਆਂ ਇਸ ਜ਼ਿੰਦਗੀ ਅੰਦਰ ਸਤ ਸੰਗਤ ਤੋਂ ਜੀਵ ਰੂਪੀ ਇਸਤਰੀਆਂ ਵਾਂਝੀਆਂ ਰਹੀਆਂ, ਉਹਨਾਂ ਦੀ ਸੁਰਤ ਦੀ ਜੋ ਇਕੱਲਤਾ ਦਾ ਦੁੱਖ ਹੈ ਉਹ ਕਦੀ ਦੂਰ ਨਹੀਂ ਹੁੰਦਾ। ਔਰ ਇਕੱਲੇ ਬੰਦੇ ਦਾ ਕੀ ਹਾਲ ਹੁੰਦਾ ਹੈ, ਫਿਰ ਜਮਾਂ ਦੇ ਕਾਬੂ ਆ ਜਾਂਦਾ ਹੈ। ਭਾਈ ਗੁਰਦਾਸ ਜੀ ਦਾ ਇੱਕ ਬਚਨ ਹੈ ਕਿ ਪ੍ਰਮਾਤਮਾ ਨੇ ਸਾਡੇ ਤੇ ਅਨੰਤ ਕਿਰਪਾ ਕੀਤੀ, ਸਾਨੂੰ ਮਨੁੱਖਾ ਜ਼ਿੰਦਗੀ ਦਿੱਤੀ ਹੈ। ਬੜੀਆਂ ਬੜੀਆਂ ਅਮੋਲ ਦਾਤਾਂ ਸਾਨੂੰ ਵਾਹਿਗੁਰੂ ਜੀ ਨੇ ਦਿੱਤੀਆਂ ਨੇ, ਕਿਉਂਕਿ ਸਾਨੂੰ ਮੁਫਤ 'ਚ ਮਿਲ ਗਈਆਂ ਨਾ। ਮੁਫਤ 'ਚ ਜਿਹੜੀ ਚੀਜ਼ ਮੁਫਤ 'ਚ ਮਿਲੇ ਉਹਦੀ ਕਦਰ ਨਹੀਂ ਕਰਦੇ ਆਪਾਂ। ਦੇਖੋ ਕਾਰ ਖਰੀਦਦੇ ਹਾਂ, ਕੋਈ 5, 10, 15, 20 ਲੱਖ ਰੁਪਈਆ ਜਾਂ ਇਹਦੋਂ ਵੱਧ ਖਰਚ ਕੇ, ਕਿੰਨਾ ਸੰਭਾਲ ਕੇ ਰੱਖਦੇ ਅਸੀਂ। ਉਹਦੀ ਸਰਵਿਸ ਸਮੇਂ ਸਿਰ ਕਰਾਉਂਦੇ ਹਾਂ, ਉਹਨੂੰ ਐਂ ਢੱਕ ਕੇ ਰੱਖਦੇ ਹਾਂ, ਸਾਫ ਸਫਾਈ ਰੱਖਦੇ ਹਾਂ। ਮਾੜਾ ਜਿਹਾ ਕੋਈ ਝਰੀਟ ਵੀ ਮਾਰ ਜੇ ਕਿੰਨਾ ਗੁੱਸਾ ਚੜ੍ਹਦਾ ਸਾਨੂੰ, ਪੈਸੇ ਖਰਚੇ ਹੁੰਦੇ ਨਾ ਉਹਦੇ 'ਤੇ। ਇਹ ਸਰੀਰ ਸਾਨੂੰ ਮੁਫਤ ਮਿਲੇ ਹੈ, ਜ਼ਿੰਦਗੀ ਸਾਨੂੰ ਮੁਫਤ ਮਿਲੀ ਹੈ। ਔਰ ਜ਼ਿੰਦਗੀ ਦੇ ਵਿੱਚ ਅਨੰਤ ਅਮੋਲ ਦਾਤਾਂ ਜਿਨ੍ਹਾਂ ਦਾ ਮੁੱਲ ਕੋਈ ਨਹੀਂ, ਉਹ ਸਾਨੂੰ ਮੁਫਤ ਮਿਲੀਆਂ ਨੇ। ਬੰਦਾ ਇਸੇ ਕਰਕੇ ਉਹਨਾਂ ਦੀ ਕਦਰ ਨਹੀਂ ਨਾ ਕਰਦਾ। ਸਤਿਗੁਰੂ ਸਾਹਿਬ ਜੀ ਕਹਿੰਦੇ, ਬੰਦਿਆ ਇਹ ਗੱਲ ਚੇਤੇ ਰੱਖ, ਇਹ ਜ਼ਿੰਦਗੀ ਜਿਹੜੀ ਤੈਨੂੰ ਮਿਲੀ ਹੈ ਨਾ, ਇਹ ਬੜੀ ਮਹਾਨ ਹੈ। ਜੇ ਤੂੰ ਇਸ ਜ਼ਿੰਦਗੀ 'ਚ ਪਰਮਾਤਮਾ ਦੇ ਪਿਆਰ ਵਿੱਚ ਨਾ ਜੁੜਿਆ, ਫਿਰ ਕੀ ਹੋਏਗਾ। ਭਾਈ ਗੁਰਦਾਸ ਜੀ ਨੇ ਗੱਲ ਕਹੀ
ਕਿ ਅਸਨ ਬਸਨ ਸੰਗ ਲੀਨੇ ਉਹ ਬਚਨ ਕੀਨੇ ਜਨਮ ਧਾਰ ਸਾਧ ਸੰਗ ਸ਼੍ਰੀ ਗੁਰ ਆਰਾਧ ਹੈ। ਵਾਹਿਗੁਰੂ ਜੀ ਦੀ ਬਖਸ਼ਿਸ਼ ਲੈ ਕੇ ਨਾ ਇਹ ਜ਼ਿੰਦਗੀ ਪ੍ਰਾਪਤ ਮਿਲੀ, ਖਾਣ ਪੀਣ ਪਹਿਨਣ ਦੀਆਂ ਦਾਤਾਂ ਮਿਲੀਆਂ। ਇੱਕ ਅਸੀਂ ਬਚਨ ਕੀਤਾ ਕਿ ਪ੍ਰਮਾਤਮਾ ਜੀ ਜ਼ਿੰਦਗੀ 'ਚ ਸਤ ਸੰਗਤ ਰਾਹੀਂ ਤੁਹਾਨੂੰ ਅਸੀਂ ਯਾਦ ਰੱਖਾਂਗੇ, ਚੇਤੇ ਰੱਖਾਂਗੇ। ਪਰ ਇਹਾਂ ਆਏ ਦਾਤਾ ਬਿਸਰਾਏ, ਦਾਸੀ ਸੰਗ ਲਪਟਾਏ, ਪੰਚ ਭੂਤ ਦੂਤ ਪ੍ਰਮਤ ਅਸਾਧ ਹੈ। ਜਦੋਂ ਇਸ ਜਗਤ ਵਿੱਚ ਆਏ ਨਾ, ਇਹ ਜਗਤ ਦੇ ਮੇਲੇ 'ਚ ਇੱਥੇ ਆ ਕੇ ਸਾਨੂੰ ਦਾਤਾਂ ਵਧੀਆ ਲੱਗਣ ਲੱਗ ਪਈਆਂ। ਬੱਚਾ ਬਾਪੂ ਨਾਲ ਜਾਂਦਾ ਨਾ ਮੇਲੇ ਵਿੱਚ, ਬਾਪੂ ਦੀ ਉਂਗਲ ਫੜੀ ਹੁੰਦੀ ਹੈ। ਜਦੋਂ ਮੇਲੇ 'ਚ ਵੜਦਾ ਹੈ, ਸਾਹਮਣੇ ਖਿਡੌਣੇ ਰੰਗ ਤਮਾਸ਼ੇ ਦੇਖਦਾ ਹੈ, ਇਹਨਾਂ ਰੰਗ ਤਮਾਸ਼ਿਆਂ 'ਚ ਮਸਤ ਹੋਇਆ ਬਾਪੂ ਦੀ ਉਂਗਲ ਹੀ ਛੱਡ ਬੈਂਦਾ, ਗਵਾਚ ਜਾਂਦਾ, ਦੁਖੀ ਹੋ ਜਾਂਦਾ। ਉਹ ਹਾਲਤ ਸਾਡੀ ਹੈ। ਇਹ ਜਗਤ ਨੂੰ ਮੇਲੇ ਨਾਲ, ਜਗਤ ਨੂੰ ਇੱਕ ਖੇਡ ਦੇ ਨਾਲ ਤੁਲਨਾ ਦਿੱਤੀ, ਤਮਾਸ਼ੇ ਨਾਲ ਤੁਲਨਾ ਦਿੱਤੀ ਹੈ ਧਰਮ ਗ੍ਰੰਥਾਂ ਦੇ ਅੰਦਰ। ਸਤਿਗੁਰੂ ਸਾਹਿਬ, ਭਾਈ ਸਾਹਿਬ ਜੀ ਕਹਿੰਦੇ ਜਦੋਂ ਇੱਥੇ ਆਏ ਜਗਤ ਦੇ ਮੇਲੇ 'ਚ ਇਹੋ ਜਿਹੇ ਗਵਾਚੇ, ਦਾਸੀ ਸੰਗ ਲਪਟਾਏ, ਮਾਇਆ ਦੇ ਨਾਲ ਜੁੜ ਗਏ, ਉਸ ਪ੍ਰਮਾਤਮਾ ਨੂੰ ਭੁਲਾਤਾ ਤੇ ਪ੍ਰਮਾਤਮਾ ਨਾਲੋਂ ਟੁੱਟਣ ਦਾ ਦੁੱਖ ਸਾਨੂੰ ਪਤਾ ਕੀ ਝੱਲਣਾ ਪਿਆ। ਪੰਚ ਭੂਤ ਦੂਤ ਪ੍ਰਮਤ ਅਸਾਧ ਹੈ। ਬੱਚਾ ਬਾਪੂ ਦੀ ਉਂਗਲ ਛੱਡ ਜੇ ਨਾ, ਕਈ ਵਾਰੀ ਨਿਆਣਿਆਂ ਨੂੰ ਚੁੱਕਣ ਵਾਲੇ ਲੈ ਜਾਂਦੇ ਨੇ, ਬੱਚਾ ਸਾਰੀ ਜ਼ਿੰਦਗੀ ਰੁਲਦਾ ਹੀ ਰਹਿੰਦਾ, ਫਿਰ ਉਹਨਾਂ ਦੇ ਦੁੱਖ ਸਹਾਰਦਾ ਰਹਿੰਦਾ। ਉਹ ਹਾਲਤ ਸਾਡੀ ਹੈ। ਪਰਮਾਤਮਾ ਨੂੰ ਅਸੀਂ ਵਿਸਾਰ ਲਿਆ, ਸਾਡੇ ਉੱਪਰ ਪੰਜਾਂ ਵਿਕਾਰਾਂ ਦਾ ਜ਼ੋਰ ਪੈ ਗਿਆ। ਕਹਿਣ ਲੱਗੇ ਫਿਰ ਬਸ ਇਹਨਾਂ ਦੇ ਅਧੀਨ ਹੀ ਅਸੀਂ ਜ਼ਿੰਦਗੀ ਬਤੀਤ ਕਰਨੀ ਸ਼ੁਰੂ ਕਰ ਦਿੱਤੀ। ਭਾਈ ਗੁਰਦਾਸ ਜੀ ਕਹਿੰਦੇ, ਬੰਦਿਆ ਅਵਸਰ ਹੋਏ ਹੈ ਬਤੀਤ, ਲੀਜੀਏ ਜਨਮ ਜੀਤ, ਕੀਜੀਏ ਸਾਧ ਸੰਗ ਪ੍ਰੀਤ, ਅਗਮ ਅਗਾਧ ਹੈ। ਉਹ ਜ਼ਿੰਦਗੀ ਲੰਘਦੀ ਜਾਂਦੀ ਹੈ। ਜੇ ਜ਼ਿੰਦਗੀ ਦੇ ਨੂੰ ਤੂੰ ਜਿੱਤਣਾ, ਜੇ ਜ਼ਿੰਦਗੀ ਨੂੰ ਤੂੰ ਮੰਨਣਾ, ਤੇ ਫਿਰ ਇੱਕੋ ਇੱਕ ਤਰੀਕਾ ਕਿ ਸਤ ਸੰਗਤ ਰਾਹੀਂ ਪਰਮਾਤਮਾ ਦੇ ਪਿਆਰ ਵਿੱਚ ਜੁੜ। ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਕਹਿੰਦੇ ਨੇ ਕਿ ਜਿਹੜੇ ਪਰਮਾਤਮਾ ਨਾਲੋਂ ਟੁੱਟ ਗਏ, ਉਹਨਾਂ ਦੇ ਦੁੱਖ ਜਿਹੜਾ ਉਹ ਕਦੀ ਦੂਰ ਨਹੀਂ ਹੋ ਸਕਦਾ। ਸਾਰੀ ਜ਼ਿੰਦਗੀ ਦੁਖੀ ਰਹਿਣ ਕਰਕੇ ਤੈਨ ਦੁੱਖ ਨਾ ਕਬਹੂ ਉਤਰੈ, ਸੇ ਜਮ ਕੇ ਵਸ ਪੜੀਆਂ। ਉਹਨਾਂ ਦੀ ਜ਼ਿੰਦਗੀ ਦਾ ਇਹ ਇਕੱਲਤਾ ਦਾ ਦੁੱਖ ਕਦੀ ਦੂਰ ਨਹੀਂ ਹੁੰਦਾ। ਤੇ ਉਹ ਜਿਹੜੇ ਇਕੱਲੇ ਹੁੰਦੇ ਨੇ ਉਹਨਾਂ ਤੇ ਜਮ ਭਾਰੂ ਹੋ ਜਾਂਦੇ ਨੇ, ਜਮਾਂ ਦੂਤਾਂ ਦੇ ਢੇ ਉਹ ਚੜ ਜਾਂਦੇ ਨੇ। ਜਮ ਕੀ ਨੇ? ਸਾਡੀ ਸੁਰਤ ਸ਼ਬਦ ਨਾਲੋਂ ਟੁੱਟੀ ਹੋਏਗੀ, ਨਾਮ ਨਾਲੋਂ ਟੁੱਟੀ ਹੋਏਗੀ। ਕੀ ਹੋਏਗਾ ਫਿਰ? ਸਾਡੇ ਅੰਦਰ ਹੰਕਾਰ ਆਏਗਾ, ਕ੍ਰੋਧ ਆਏਗਾ। ਗੁਰੂ ਨਾਨਕ ਸਾਹਿਬ ਜੀ ਦੀ ਇੱਕ ਬੜੀ ਪਿਆਰੀ ਗਾਥਾ ਕਈ ਵਾਰੀ ਆਪਾਂ ਸਾਂਝੀ ਕੀਤੀ ਕਿ ਸਤਿਗੁਰੂ ਜੀ ਜਾ ਰਹੇ ਨੇ, ਮਰਦਾਨਾ ਜੀ ਸਤਿਗੁਰੂ ਜੀ ਦੇ ਨਾਲ ਨੇ। ਇਹ ਯੂਪੀ ਦਾ ਇਲਾਕਾ ਹੈ ਕੁਰਹੇਲਖੰਡ। ਇਸ ਇਲਾਕੇ 'ਚ ਬੰਦੇ ਮੰਡੀਆਂ 'ਚ ਵਿਕਿਆ ਕਰਦੇ ਸਨ। ਕਦੀ ਜਿਵੇਂ ਪਸ਼ੂ ਨਹੀਂ ਵਿਕਦੇ ਮੰਡੀਆਂ 'ਚ, ਬੰਦੇ ਵਿਕਦੇ ਸਨ, ਲੋਕੀ ਖਰੀਦਦੇ ਸਨ, ਉਹਨਾਂ ਨੂੰ ਸਾਰੀ ਜ਼ਿੰਦਗੀ ਗੁਲਾਮ ਬਣਾ ਕੇ ਰੱਖਦੇ ਸਨ, ਉਹਨਾਂ ਪਾਸੋਂ ਕੰਮਕਾਰ ਕਰਾਉਂਦੇ ਸਨ। ਬਾਬਾ ਨਾਨਕ ਜੀ ਪਰਉਪਕਾਰੀ ਸਤਿਗੁਰੂ ਜੀ ਇਸ ਇਲਾਕੇ 'ਚ ਗਏ। ਗੁਰੂ ਪਾਤਸ਼ਾਹ ਕਹਿਣਗੇ, ਮਰਦਾਨਿਆਂ ਕੋਈ ਦਿਨ ਤੇ ਸਾਨੂੰ ਵੱਖਰੇ ਵੱਖਰੇ ਹੋਣਾ ਪੈਣਾ। ਮਰਦਾਨਾ ਕਹਿੰਦਾ, ਪਾਤਸ਼ਾਹ ਘਰੋਂ ਨਾਲ ਲਿਆਏ ਸੀ, ਇਹ ਪ੍ਰਦੇਸ਼ 'ਚ ਮੇਰਾ ਕੌਣ ਸਾਥੀ, ਇੱਥੇ ਕਿਹਦੇ ਕੋਲ ਬੈਠਾਂਗਾ, ਕਿਹਦੇ ਨਾਲ ਗੱਲ ਸਾਂਝੀ ਕਰਾਂਗਾ। ਸਤਿਗੁਰੂ ਜੀ ਕਹਿੰਦੇ 2-4 ਦਿਨਾਂ ਦੀ ਗੱਲ ਹੈ, ਫਿਰ ਆਪਾਂ ਮਿਲ ਪੈਣਾ। ਮਰਦਾਨਾ ਜੀ ਵਿਛੜਨਾ ਨਹੀਂ ਚਾਹੁੰਦੇ। ਸਤਿਗੁਰੂ ਜੀ ਉਹਦੇ ਰੋਕਦਿਆਂ ਵੀ ਉਹਦੇ ਤੋਂ ਓਹਲੇ ਹੋ ਗਏ, ਵੱਖਰੇ ਹੋ ਗਏ। ਮਰਦਾਨਾ ਇਕੱਲਾ ਰਹਿ ਗਿਆ। ਸਾਖੀ ਸੁਣਾਉਣ ਵਾਲੇ ਇਹ ਗੱਲ ਕਹਿੰਦੇ ਕਿ 3-4 ਦਿਨਾਂ ਬਾਅਦ ਸਤਿਗੁਰੂ ਜੀ ਪ੍ਰਗਟ ਹੋਏ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਜਦੋਂ ਮਰਦਾਨੇ ਨੇ ਦੇਖਿਆ ਨਾ, ਭੱਜ ਕੇ ਗਿਆ, ਗੁਰੂ ਸਾਹਿਬ ਜੀ ਦੇ ਚਰਨਾਂ ਤੇ ਡਿੱਗ ਪਿਆ, ਬੜਾ ਬੇਹਬਲ ਹੋ ਕੇ, ਵਿਆਕੁਲ ਹੋ ਕੇ ਕਹਿਣ ਲੱਗਾ, ਪਾਤਸ਼ਾਹ ਜੇ ਨਾਨਾ ਹੁੰਦੇ ਤੇ ਮੈਂ ਤੇ ਲੁੱਟਿਆ ਹੀ ਚੱਲਿਆ ਸਾਂ। ਸਤਿਗੁਰੂ ਜੀ ਕਹਿੰਦੇ, ਤੇਰੇ ਕੋਲ ਲੁੱਟਣ ਵਾਲੀ ਕਿਹੜੀ ਚੀਜ਼ ਸੀ? ਕੋਈ ਖਜ਼ਾਨਾ ਹੈ ਤੇਰਾ, ਕਿਸੇ ਨੇ ਲੁੱਟ ਲੈਣਾ ਸੀ? ਤੇਰੇ ਕੋਲ ਆ ਤੇਰੇ ਕੱਪੜੇ ਕਿਸੇ ਨੇ ਕੀ ਕਰਨੇ ਸੀ? ਤੇਰੀ ਰਵਾਬ ਹੈ ਕਿਸੇ ਨੇ ਕੀ ਕਰਨੀ? ਹੋਰ ਕੀ ਲੁੱਟੇ ਜਾਣ ਵਾਲਿਆ? ਕਹਿੰਦਾ, ਪਾਤਸ਼ਾਹ ਨਹੀਂ, ਜਦੋਂ ਤੁਸੀਂ ਵਿਛੜੇ ਨਾ ਮੈਨੂੰ ਗੁੱਸਾ ਬੜਾ ਆਇਆ ਕਿ ਘਰੋਂ ਨਾਲ ਲੈ ਕੇ ਬਾਬਾ ਜੀ ਆਏ, ਪ੍ਰਦੇਸ਼ 'ਚ ਇਕੱਲਿਆਂ ਛੱਡ ਦਿੱਤਾ। ਬੜਾ ਗੁੱਸਾ ਆਇਆ ਮਹਾਰਾਜ। ਫਿਰ ਇੱਕ ਖਿਆਲ ਆਇਆ ਕਿ ਚਲੋ ਚਲੇ ਗਏ ਪਾਤਸ਼ਾਹ, ਜਾਣ ਦਿਓ, ਕੋਈ ਗੱਲ ਨਹੀਂ, ਕਿਸੇ ਨਵਾਬ ਕੋਲ ਰਬਾਬ ਵਜਾਵਾਂਗੇ, ਰਬਾਬ ਤੇ ਵਜਾਉਣੀ ਹੁੰਦੀ ਹੈ, 4 ਪੈਸੇ ਕਮਾਵਾਂਗੇ, ਪੈਸੇ ਇਕੱਠੇ ਕਰਾਂਗੇ, ਘਰ ਚਲੇ ਜਾਵਾਂਗੇ। ਫਿਰ ਮਹਾਰਾਜ ਜੀ ਪੈਸਿਆਂ ਦਾ ਲੋਭ ਆ ਗਿਆ। ਫਿਰ ਖਿਆਲ ਆਇਆ ਘਰ ਜਾ ਕੇ ਪਰਿਵਾਰ 'ਚ ਰਵਾਂਗੇ। ਸਤਿਗੁਰੂ ਜੀ ਨਿਤ ਜੰਗਲਾਂ 'ਚ, ਬਗਾਨੇ ਲੋਕਾਂ 'ਚ, ਦੇਸਾਂ ਪ੍ਰਦੇਸਾਂ 'ਚ ਫਿਰਦੇ, ਚੰਗੇ ਮਾੜੇ ਲੋਕ ਮਿਲਦੇ ਨੇ, ਘਰ 'ਚ ਰਵਾਂਗੇ ਜਾ ਕੇ। ਮੋਹ ਆ ਗਿਆ। ਫਿਰ ਇੱਕ ਖਿਆਲ ਹੋਰ ਆਇਆ ਕਿ ਕਦੀ ਤੇ ਗੁਰੂ ਸਾਹਿਬ ਜੀ ਕਹਿਣਗੇ, ਮਰਦਾਨਿਆਂ ਤੇਰੇ ਤੋਂ ਬਿਨਾਂ ਰਬਾਬ ਕੋਈ ਨਹੀਂ ਵਜਾਉਂਦਾ, ਚੱਲ ਮੇਰੇ ਨਾਲ। ਜਨਮ ਸਾਖੀ ਪੜ੍ਹੋ ਨਾ,
ਤੇ ਉੱਥੇ ਵਾਰ-ਵਾਰ ਲਿਖਿਆ ਮਰਦਾਨਿਆਂ ਸਾਨੂੰ ਤੇਰੇ ਨਾਲ ਕੰਮ ਹੈ, ਤੇਰੇ ਤੋਂ ਬਿਨਾਂ ਕੰਮ ਚੱਲਦਾ ਨਹੀਂ ਹੈ। ਕਦੀ ਤੇ ਕਹਿਣਗੇ ਨਾ ਕਿ ਚੱਲ ਮਰਦਾਨਿਆਂ ਤੇਰੇ ਤੋਂ ਬਿਨਾਂ ਕੰਮ ਚੱਲਦਾ ਨਹੀਂ ਹੈ, ਤੇ ਫਿਰ ਮੈਂ ਕਹਾਂਗਾ ਹੁਣ ਮੈਂ ਨਹੀਂ ਜਾਣਾ ਤੁਹਾਡੇ ਨਾਲ, ਤੁਸੀਂ ਅੱਗੇ ਇਕੱਲਿਆਂ ਛੱਡ ਦਿੱਤਾ ਜੀ। ਫਿਰ ਹੰਕਾਰ ਆ ਗਿਆ। ਮਹਾਰਾਜ ਜੀ ਤੁਸੀਂ ਵਿਛੜੇ ਕ੍ਰੋਧ ਆਇਆ, ਤੁਸੀਂ ਵਿਛੜੇ ਲੋਭ ਆਇਆ, ਮੋਹ ਆਇਆ, ਹੰਕਾਰ ਆਇਆ, ਤੇ ਜੇ ਹੋਰ ਨਾ ਤੁਸੀਂ ਮਿਲਦੇ ਤੇ ਪਤਾ ਨਹੀਂ ਕੀ ਕੁਝ ਆਉਣਾ। ਇਹੀ ਤੇ ਮੈਂ ਉੱਜੜ ਚੱਲਿਆ ਸਾਂ, ਅੰਦਰੋਂ ਉੱਜੜ ਚੱਲਿਆ ਸਾਂ। ਗੁਰਬਾਣੀ ਸਤਿਗੁਰੂ ਜੀ ਨੇ ਇੱਕ ਗੱਲ ਕੀ, ਮਰਦਾਨਿਆਂ ਸਰੀਰ ਤੇ ਸਦਾ ਨਾਲ ਨਹੀਂ ਰਹਿੰਦਾ, ਕਿਸੇ ਦਾ ਵੀ ਨਾ ਰਹਿਣਾ। ਜੇ ਤੂੰ ਸਦਾ ਲਈ ਵਸਣਾ ਚਾਹੁੰਦਾ ਹੈ ਤੇ ਸੁਰਤ ਨੂੰ ਸ਼ਬਦ ਦੇ ਨਾਲ ਜੋੜ, ਪਰਮਾਤਮਾ ਨਾਲ ਜੋੜ। ਸ਼ਬਦ ਨਾਲ ਜੁੜੇਗਾ ਕਦੀ ਉਜੜੇਗਾ ਨਹੀਂ ਤੂੰ। ਜੇ ਸਰੀਰ ਨਾਲ ਜੁੜਿਆ ਫਿਰ ਤੇ ਉਜੜਦਾ ਵਸਦਾ ਹੀ ਰਹੇਗਾ। ਸਤਿਗੁਰੂ ਸਾਹਿਬ ਜੀ ਇੱਥੇ ਵੀ ਕਹਿ ਰਹੇ ਨੇ ਕਿ ਜਿਹੜੀ ਸੁਰਤ ਪਰਮਾਤਮਾ ਨਾਲੋਂ ਟੁੱਟ ਗਈ ਉਹ ਨਿਤ ਦੁਖੀ ਰਹਿੰਦੀ ਹੈ, ਜਮਾਂ ਦੇ ਢਹਿ ਚੜੀ ਰਹਿੰਦੀ। ਜਮ ਕੀ ਹੈ? ਸਭ ਤੋਂ ਵੱਡਾ ਜਮ ਕ੍ਰੋਧ ਹੈ। ਦੇਖੋ ਜੀ ਇਹ ਜ਼ਿੰਦਗੀ ਤੋਂ ਬਾਅਦ ਕੀ ਹੋਣਾ ਇਹ ਤੇ ਸੁਣਦੇ ਆ, ਕਿਉਂਕਿ ਉੱਥੇ ਕੋਈ ਨਹੀਂ ਗਿਆ। ਜਿਹੜੇ ਗਏ ਉਹ ਵਾਪਸ ਨਹੀਂ ਆ ਸਕਦੇ, ਜਿਹੜੇ ਗਏ ਨੇ ਉਹ ਵਾਪਸ ਨਹੀਂ ਆ ਸਕਦੇ। ਇਹ ਬਿਲਕੁਲ ਕਲਪਿਤ ਕਹਾਣੀਆਂ ਨੇ ਕਿ ਅੱਗੇ ਕੋਈ ਜਮ ਨੇ। ਦੇਖੋ ਜਮ ਹੈ ਨੇ, ਇਹਨੇ ਕਿ ਜਮ ਨਹੀਂ ਹੈ, ਪਰ ਉਹ ਜਮ ਕਿੱਥੇ ਨੇ ਇਹ ਵੀ ਤੇ ਦੱਸਣਾ ਪਏਗਾ ਨਾ। ਅੱਗੇ ਕੋਈ ਜਾ ਕੇ ਆਇਆ ਨਹੀਂ, ਅਸੀਂ ਜਾ ਨਹੀਂ ਸਕਦੇ। ਕਿਵੇਂ ਪਤਾ ਲੱਗ ਗਿਆ ਕਿ ਅੱਗੇ ਜਮ ਨੇ? ਉਹ ਅਸਲੀ ਜਮ ਇਸ ਜ਼ਿੰਦਗੀ ਵਿੱਚ ਨੇ। ਸਭ ਤੋਂ ਵੱਡਾ ਜਮ ਤੇ ਸਾਨੂੰ ਕ੍ਰੋਧ ਚੰਬੜਿਆ ਹੋਇਆ, ਸਭ ਤੋਂ ਵੱਡਾ ਜਮ ਤੇ ਸਾਨੂੰ ਹੰਕਾਰ ਚੰਬੜਿਆ ਹੈ, ਸਭ ਤੋਂ ਵੱਡੀ ਜਮ ਦੂਤ ਤੇ ਸਾਨੂੰ ਚਿੰਤਾ ਚੰਬੜੀ ਹੋਈ ਹੈ। ਅਸੀਂ ਕਹਿੰਦੇ ਨਰਕਾਂ ਦੀ ਅੱਗ ਵਿੱਚ ਸਾੜਿਆ ਜਾਏਗਾ। ਉਹ ਅੱਗ ਤੇ ਐਸ ਸਰੀਰ ਨੂੰ ਤਿਆਗਣ ਤੋਂ ਬਾਅਦ ਹੈ, ਉਹ ਕਦੋਂ ਆਉਣੀ ਹੈ ਤੇ ਪ੍ਰਮਾਤਮਾ ਜਾਣਦਾ ਉਹ ਹੈ ਜਾਂ ਨਹੀਂ ਹੈ, ਇਹ ਵੀ ਪ੍ਰਮਾਤਮਾ ਜਾਣਦਾ। ਪਰ ਜਿਹੜੀ ਅੱਗ ਹੁਣ ਸਾਡੇ ਅੰਦਰ ਹੈ, ਬਾਬਾ ਦੇਖੇ ਧਿਆਨ ਧਰ ਜਲਤੀ ਸਭ ਪ੍ਰਿਥਵੀ ਦਿਸ ਆਈ, ਸਾਰੀ ਦੁਨੀਆ ਸੜ ਰਹੀ ਹੈ। ਬਾਬਾ ਫਰੀਦ ਸਾਹਿਬ ਜੀ ਨੇ ਕਿਹਾ ਸੀ, ਮੈਂ ਜਾਣਿਆ ਦੁੱਖ ਮੁਝ ਕੋ ਦੁੱਖ ਸਬਾਇਆ ਜਗ, ਉੱਚੇ ਚੜ ਕੇ ਦੇਖਿਆ ਘਰ ਘਰ ਇਹਾ ਅੱਗ। ਉਹ ਅੱਗ ਸਾਡੇ ਅੰਦਰ ਹੁਣ ਬਲ ਰਹੀ ਹੈ, ਕ੍ਰੋਧ ਦੀ, ਅਹੰਕਾਰ ਦੀ, ਚਿੰਤਾ ਦੀ, ਦੁੱਖਾਂ ਦੀ। ਇਸ ਅੱਗ ਤੋਂ ਭਿਆਨਕ ਕੋਈ ਅੱਗ ਨਹੀਂ ਜਿਹੜੀ ਹੁਣ ਅੱਗ ਹੈ। ਇਸ ਅੱਗ ਤੋਂ ਜੇ ਅਸੀਂ ਨਾ ਬਚ ਸਕੇ ਤੇ ਅਗਲੀ ਅੱਗ ਤੋਂ ਕੌਣ ਬਚਾਏਗਾ? ਫਿਰ ਤੇ ਅੱਗ ਵਾਪਰੇਗੀ। ਪਹਿਲਾਂ ਇਸ ਅੱਗ ਤੋਂ ਜਾਂ ਇਹਨਾਂ ਜਮਦੂਤਾਂ ਤੋਂ ਬਚਣਾ। ਉਹ ਜਮਦੂਤ ਨੇ ਕ੍ਰੋਧ, ਵਿਕਾਰ, ਚਿੰਤਾ। ਸਾਹਿਬ ਜੀ ਕਹਿੰਦੇ ਜਿਹੜੇ ਪਰਮਾਤਮਾ ਨਾਲੋਂ ਟੁੱਟੇ ਰਹੇ ਨੇ, ਸੇ ਜਮ ਕੇ ਵਸ ਪੜੀਆਂ ਪਈ, ਉਹ ਤੇ ਜਮਾਂ ਦੇ ਵਸ ਪੜੇ ਰਹਿੰਦੇ ਨੇ। ਉਹਨਾਂ ਦੇ ਅੰਦਰ ਕ੍ਰੋਧ, ਹੰਕਾਰ, ਚਿੰਤਾ, ਆਵਾਗੌਣ, ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਨੇ ਬਣੀਆਂ ਰਹਿੰਦੀਆਂ ਨੇ। ਜਿਨੀ ਰਾਵਿਆ ਪ੍ਰਭ ਆਪਣਾ ਸੇ ਦਿਸਨ ਨਿਤ ਖੜੀਆਂ। ਜਿਨ੍ਹਾਂ ਜੀਵ ਰੂਪੀ ਇਸਤਰੀਆਂ ਨੇ ਆਪਣੇ ਪ੍ਰਮਾਤਮਾ ਨੂੰ ਚੇਤੇ ਰੱਖਿਆ, ਯਾਦ ਕੀਤਾ ਹੈ, ਸੇ ਦਿਸਨ ਨਿਤ ਖੜੀਆਂ। ਖੜੀਆਂ ਦਾ ਅਰਥ ਹੁੰਦਾ ਸਾਵਧਾਨ ਰਹਿਣਾ, ਸੁਚੇਤ ਰਹਿਣਾ, ਹਮੇਸ਼ਾ ਅਟੈਂਸ਼ਨ ਰਹਿਣਾ। ਖੜੀਆਂ ਦਾ ਅਰਥ ਇਹ ਹੈ ਕਿ ਉਹ ਹਮੇਸ਼ਾ ਸੁਚੇਤ ਰਹਿੰਦੇ ਨੇ ਔਗਣਾਂ ਵੱਲੋਂ। ਉਹਨਾਂ ਦੇ ਉੱਪਰ ਕ੍ਰੋਧ, ਉਹਨਾਂ ਦੇ ਉੱਪਰ ਹੰਕਾਰ ਭਾਰੂ ਨਹੀਂ ਹੁੰਦਾ। ਜੇ ਉਹਨਾਂ ਨੂੰ ਰੱਬ ਕੋਈ ਦਾਤ ਦੇ ਦੇਵੇ, ਉਹ ਇਸ ਗੱਲ ਨੂੰ ਜਾਣਦੇ ਨੇ ਕਿ ਦਾਤ ਰੱਬ ਦੀ ਹੈ, ਸਾਡੀ ਨਹੀਂ। ਇਹ ਹੈ ਖੜੀਆਂ ਦਾ ਅਰਥ, ਸਾਵਧਾਨ ਰਹਿਣ ਦਾ ਅਰਥ। ਆਪਾਂ ਦੇਖਦੇ ਹਾਂ ਕੁਝ ਜ਼ਿਆਦਾ ਰੁਤਬਾ ਆ ਜਾਏ, ਬੰਦਾ ਆਪਣੀ ਔਕਾਤ ਹੀ ਭੁੱਲ ਜਾਂਦਾ ਹੈ, ਹੰਕਾਰ 'ਚ ਮਸਤ ਹੋ ਜਾਂਦਾ ਹੈ। ਜਿਵੇਂ ਕੋਈ ਨਸ਼ਈ ਬੰਦਾ ਜਿਹੜਾ ਹੈ ਨਾ, ਉਹਨੂੰ ਫਿਰ ਆਪਣੇ ਸਰੀਰ ਦੀ ਹੋਸ਼ ਨਹੀਂ ਰਹਿੰਦੀ, ਸੁੱਧ ਬੁੱਧ ਨਹੀਂ ਰਹਿੰਦੀ। ਇਵੇਂ ਧਨ ਜੋਬਨ ਪ੍ਰਭਤਾ ਦੇ ਮੱਧ ਵਿੱਚ ਬੰਦਾ ਜਿਹੜਾ ਹੈ ਨਾ, ਉਹ ਆਪਣੀ ਸੁਰਤ ਗਵਾ ਬੈਂਦਾ, ਆਪਣੀ ਸਾਵਧਾਨੀ ਨੂੰ ਗਵਾ ਬੈਂਦਾ। ਜ਼ਿੰਦਗੀ ਤਾਂ ਇਸ ਵਿੱਚ ਹੈ ਕਿ ਇਹ ਦਾਤਾਂ, ਇਹ ਵਸਤੂਆਂ ਕਮਾਈ ਕਰਕੇ ਜਿਹੜੀਆਂ ਆਈਆਂ ਨੇ, ਇਹ ਤੇ ਉਸ ਰੱਬ ਦੇ ਸ਼ੁਕਰਾਨੇ 'ਚ ਜੁੜਨ ਲਈ ਨੇ ਕਿ ਆਪਾਂ ਰੱਬ ਦਾ ਧੰਨਵਾਦ ਕਰੀਏ ਜਿਹਨੇ ਸਾਨੂੰ ਇੰਨੀਆਂ ਸੁੱਖ ਸਹੂਲਤਾਂ ਦਿੱਤੀਆਂ ਨੇ, ਜਿਹਨੇ ਸਾਨੂੰ ਇੰਨੀ ਵਧੀਆ ਜ਼ਿੰਦਗੀ ਦਿੱਤੀ ਹੈ। ਦੇਖੋ ਨਾ ਸਾਡੇ ਇਸ ਧਰਤੀ ਤੇ ਉਹ ਵੀ ਲੋਕ ਨੇ, ਜੇ ਦੇਖੀਏ ਜਿਹੜੇ ਬੜੇ ਦੁਖੀ ਨੇ, ਜਿਹੜੇ ਗਰੀਬੀ 'ਚ ਨੇ, ਜਿਹੜੇ ਰੋਟੀ ਦੀ ਖਾਤਰ ਚੌਂਕਾਂ 'ਚ ਖੜੇ ਨੇ, ਜਿਨ੍ਹਾਂ ਕੋਲ ਰਹਿਣ ਦੇ ਲਈ ਸਿਰ ਢੱਕਣ ਲਈ ਕੋਈ ਥਾਂ ਨਹੀਂ ਹੈ। ਸਾਨੂੰ ਤੇ ਵਾਹਿਗੁਰੂ ਜੀ ਨੇ ਬੜੀਆਂ ਬੜੀਆਂ ਮਹਾਨ ਦਾਤਾਂ ਦਿੱਤੀਆਂ ਨੇ। ਇਹ ਸਭ ਕੁਝ ਦੇ ਹੁੰਦਿਆਂ ਪਰਮਾਤਮਾ ਦੇ ਸ਼ੁਕਰਾਨੇ 'ਚ ਜੁੜੇ ਰਹਿਣਾ, ਇਹਨੂੰ ਕਹਿੰਦੇ ਸਾਵਧਾਨ ਰਹਿਣਾ, ਸੁਚੇਤ ਰਹਿਣਾ। ਮੋਹ ਮਾਇਆ ਦੀ ਨੀਂਦ ਵਿੱਚ ਸੌਣਾ ਨਾ। ਸੇ ਦਿਸਨ ਨਿਤ ਖੜੀਆਂ ਦਾ ਅਰਥ ਇਹ ਹੈ ਕਿ ਜਿਨ੍ਹਾਂ ਦਾ ਪਰਮਾਤਮਾ ਨਾਲ ਪਿਆਰ ਬਣ ਗਿਆ, ਉਹ ਹਮੇਸ਼ਾ ਮਾਇਆ ਵੱਲੋਂ ਸਾਵਧਾਨ ਰਹਿੰਦੇ ਨੇ। ਮਾਇਆ ਉਹਨਾਂ ਦੇ ਉੱਪਰ ਆਪਣਾ ਵਾਰ ਨਹੀਂ ਕਰ ਸਕਦੀ। ਮਾਇਆ ਪ੍ਰਭਾਵ ਪਾਉਂਦੀ ਹੈ। ਬਾਬਾ ਕਬੀਰ ਸਾਹਿਬ ਜੀ ਨੇ ਕਿਹਾ ਸੀ, ਕਬੀਰ ਆਈ ਮੁਝੇ ਪੈ ਅਨਕ ਕਰੇ ਕਰ ਭੇਸ। ਕਹਿਣ ਲੱਗੇ ਮੇਰੇ ਕੋਲ ਮਾਇਆ ਆਈ, ਕਈ ਰੂਪ ਬਣਾ ਕੇ ਆਈ। ਮਾਇਆ ਦੇ ਕਈ ਰੂਪ ਨੇ।
ਮਾਇਆ ਜ਼ਰੂਰੀ ਨਹੀਂ ਕਿ ਧਨ ਦੌਲਤ ਦੇ ਰੂਪ 'ਚ ਹੈ, ਮਾਇਆ ਰੁਤਬੇ ਦੇ ਰੂਪ 'ਚ ਵੀ ਹੈ। ਬੰਦੇ ਨੂੰ ਰੁਤਬੇ ਦਾ ਹੰਕਾਰ ਆ ਜਾਂਦਾ ਹੈ। ਮਾਇਆ ਜੋਬਨ ਜਵਾਨੀ ਦੇ ਰੂਪ 'ਚ ਹੈ, ਬੰਦੇ ਨੂੰ ਉਹਦਾ ਹੰਕਾਰ ਆ ਜਾਂਦਾ ਹੈ। ਕਈਆਂ ਨੂੰ ਆਪਣੀਆਂ ਰਿਧੀਆਂ ਸਿੱਧੀਆਂ ਦਾ ਹੰਕਾਰ ਬੜਾ ਹੈ। ਉਹ ਜਦੋਂ ਵੀ ਤੁਸੀਂ ਮਨ ਕਰਕੇ ਇਕਾਗਰ ਹੋਵੋਗੇ, ਮਨ ਦੇ ਵਿੱਚ ਬੜੀ ਤਗੜੀ ਤਾਕਤ ਹੈ। ਮਨ 'ਚ ਇੰਨੀ ਤਾਕਤ ਹੈ ਜੋ ਪ੍ਰਮਾਤਮਾ ਦੀ ਤਾਕਤ ਹੈ, ਮਨੁੱਖ ਦੇ ਮਨ ਵਿੱਚ ਤਾਕਤ ਹੈ। ਸਵਾਲ ਹੈ ਜੇ ਮਨ 'ਚ ਉਹ ਤਾਕਤ ਹੈ ਤੇ ਉਹ ਸਾਡੀ ਕਿਉਂ ਨਹੀਂ ਵਰਤਦੇ? ਸੂਰਜ ਹੈ ਨਾ, ਸੂਰਜ ਦੀਆਂ ਕਿਰਨਾਂ ਨੇ, ਹੁਣ ਸੂਰਜ ਦੀਆਂ ਕਿਰਨਾਂ ਦੇਖੋ ਐਵੇਂ ਪੈ ਰਹੀਆਂ ਨੇ ਤੇ ਬਹੁਤਾ ਅਸਰ ਨਹੀਂ ਪਾਉਂਦੀਆਂ। ਲੈਂਜ ਲੈ ਕੇ, ਆਤਸ਼ੀ ਸ਼ੀਸ਼ਾ ਲੈ ਕੇ ਉਹ ਸੂਰਜ ਦੀਆਂ ਕਿਰਨਾਂ ਦੇ ਸਾਹਮਣੇ ਰੱਖੀਏ, ਉਹ ਇਕੱਠੀਆਂ ਹੋ ਕੇ ਕੇਂਦਰਿਤ ਹੋ ਕੇ ਇੱਕ ਥਾਂ ਤੇ ਜਿੱਥੇ ਪੈਣਗੀਆਂ, ਉਹਦੇ ਹੇਠਾਂ ਜੇ ਕਾਗਜ਼ ਦਾ ਟੁਕੜਾ ਹੋਏਗਾ ਸੜ ਜਾਏਗਾ, ਕੱਪੜਾ ਹੋਏਗਾ ਉਹ ਸੜ ਜਾਏਗਾ। ਉਹ ਕਿਰਨਾਂ ਜਦੋਂ ਇਕੱਠੀਆਂ ਹੋ ਜਾਂਦੀਆਂ ਉਹਨਾਂ ਦੀ ਇੰਨੀ ਤਾਕਤ ਬਣਦੀ ਹੈ ਕਿ ਉਹ ਅੱਗ ਪੈਦਾ ਕਰ ਦਿੰਦੀਆਂ ਨੇ। ਮਨੁੱਖ ਦੀ ਜਿਹੜੀ ਸੁਰਤ ਬਿਰਤ ਹੈ, ਇਹ ਜਦੋਂ ਇਕਾਗਰ ਹੋ ਜਾਏ, ਇਹਦੇ 'ਚ ਬਹੁਤ ਵੱਡੀ ਪਾਵਰ ਹੈ ਮਨੁੱਖ ਦੇ ਅੰਦਰ। ਉਹ ਇਕਾਗਰਤਾ ਤੇ ਲੈਣ ਲਈ ਆਪਾਂ ਗੁਰਦੁਆਰੇ ਆਉਂਦੇ ਹਾਂ, ਇਕਾਗਰਤਾ ਲੈਣ ਲਈ ਅਸੀਂ ਬਾਣੀ ਪੜ੍ਹਦੇ ਹਾਂ, ਇਕਾਗਰਤਾ ਲੈਣ ਲਈ ਉਹ ਅਸੀਂ ਧਰਮ ਦੇ ਨਾਲ ਜੁੜਦੇ ਹਾਂ। ਗੁਰਬਾਣੀ ਕਹਿੰਦੀ ਹੋਏ ਇਕੱਤਰ ਮਿਲੋ ਮੇਰੇ ਭਾਈ, ਦੁਬਿਧਾ ਦੂਰ ਕਰੋ ਲਿਵ ਲਾਏ। ਦੁਬਿਧਾ ਤੋਂ ਮੁਕਤ ਹੋ ਕੇ ਇਕਾਗਰ ਚਿਤ ਹੋਣ ਦੇ ਲਈ ਅਸੀਂ ਗੁਰੂ ਕੋਲ ਜਾਂ ਧਰਮ ਅਸਥਾਨ ਤੇ ਆਉਂਦੇ। ਮਕਸਦ ਤਾਂ ਇਹ ਸੀ, ਜਦੋਂ ਵੀ ਤੁਸੀਂ ਆਪਣੀ ਸੁਰਤ ਨੂੰ ਇਕਾਗਰ ਕਰੋਗੇ, ਕੋਈ ਵੀ ਮਨੁੱਖ ਕਿਸੇ ਵੀ ਤਰੀਕੇ ਨਾਲ ਕਰ ਲੇ, ਉਦੋਂ ਤੁਹਾਡੇ ਅੰਦਰ ਬੜੀ ਪਾਵਰ ਆਏਗੀ। ਅੱਜ ਨੂੰ ਰਿਧੀਆਂ ਸਿੱਧੀਆਂ ਕਹਿੰਦੇ ਹਰ ਮਨੁੱਖ ਦੇ ਅੰਦਰ ਨੇ, ਉਹ ਜਦੋਂ ਮਿਲਣਗੀਆਂ। ਪਰ ਬੰਦੇ ਕੋਲ ਪੈਸਾ ਬਹੁਤਾ ਆ ਜਾਏ ਨਾ, ਉਹਨੂੰ ਹਰ ਕੋਈ ਨਹੀਂ ਸੰਭਾਲ ਸਕਦਾ। ਪਾਵਰ ਕਿਸੇ ਵੀ ਰੂਪ 'ਚ ਆਏ, ਪੈਸੇ ਦੇ ਰੂਪ 'ਚ ਆਏ, ਰੁਤਬੇ ਦੇ ਰੂਪ 'ਚ ਆਏ, ਜਾਂ ਉਹ ਆਤਮਿਕ ਤੌਰ ਤੇ ਪਾਵਰ ਆਏ, ਉਹਨੂੰ ਹਰ ਕੋਈ ਸੰਭਾਲ ਨਹੀਂ ਸਕਦਾ। ਉਹਦਾ ਹੰਕਾਰ ਆ ਜਾਂਦਾ ਬੰਦੇ ਨੂੰ। ਇਸ ਕਰਕੇ ਉਹ ਜਦੋਂ ਪਾਵਰ ਆਉਂਦੀ ਰਿਧੀਆਂ ਸਿੱਧੀਆਂ ਬੰਦੇ ਨੂੰ, ਉਦੋਂ ਹੰਕਾਰ ਆ ਜਾਂਦਾ, ਬੰਦਾ ਉਦੋਂ ਹੀ ਸੌ ਜਾਂਦਾ। ਗੁਰਬਾਣੀ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਗੱਲ ਕਹੀ ਹੈ। ਇੱਕ ਆਪਾਂ ਕਹਾਣੀ ਵੀ ਸੁਣਦੇ ਆ। ਇੱਕ ਤੇ ਉਹ ਲੋਕ ਨੇ ਜਿਹੜੇ ਤੁਰ ਨਹੀਂ ਸਕਦੇ ਜਾਂ ਮੰਜ਼ਿਲ ਤੇ ਪਹੁੰਚ ਨਹੀਂ ਸਕਦੇ, ਪਰ ਇੱਕ ਉਹ ਲੋਕ ਨੇ ਜਿਹੜੇ ਭੱਜ ਸਕਦੇ ਨੇ ਪਰ ਸੌ ਜਾਂਦੇ ਨੇ ਜ਼ਿੰਦਗੀ 'ਚ। ਇਸ ਕਰਕੇ ਕਈ ਉਹ ਲੋਕ ਨੇ ਰੱਬ ਵਾਲੇ ਬੰਨੇ ਲੱਗ ਕੇ ਵੀ ਸੌ ਜਾਂਦੇ ਨੇ, ਉਹਨਾਂ ਦੇ ਅੰਦਰ ਹੰਕਾਰ ਆ ਜਾਂਦਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਕਿ ਜਿਹੜੇ ਪ੍ਰਮਾਤਮਾ ਦੇ ਪਿਆਰ 'ਚ ਜੁੜੇ ਜਿਸਨ ਨਿਤ ਖੜੀਆਂ, ਉਹ ਨਿਤ ਸਾਵਧਾਨ ਰਹਿੰਦੇ ਨੇ, ਮੋਹ ਮਾਇਆ ਤੋਂ ਬਚੇ ਰਹਿੰਦੇ ਨੇ। ਉਹ ਮਾਇਆ ਦੀ ਮਸਤੀ ਵਿੱਚ ਨਹੀਂ ਆਉਂਦੇ, ਭਾਵ ਮਾਇਆ ਉਹਨਾਂ ਦੇ ਉੱਪਰ ਆਪਣਾ ਪ੍ਰਭਾਵ ਨਹੀਂ ਪਾ ਸਕਦੀ। ਰਤਨ ਜਵੇਹਰ ਲਾਲ ਹਾਰ ਕੰਠ ਤਿਨਾ ਜੜੀਆਂ। ਕੰਠ ਕਹਿੰਦੇ ਨੇ ਗਲੇ ਨੂੰ। ਹੁਣ ਬਾਹਰਲੀ ਸ਼ੋਭਾ ਸਾਡੀ ਕਾਹਦੇ ਨਾਲ ਬਣਦੀ ਹੈ? ਕੋਈ ਹਾਰ ਸ਼ਿੰਗਾਰ ਕੀਤਾ ਹੋਏ, ਸੋਹਣੇ ਕੱਪੜੇ ਪਾਏ ਹੋਣ, ਆਪਾਂ ਕਹਿੰਦੇ ਜੀ ਬਹੁਤ ਸੁੰਦਰ ਹੈ ਬੰਦਾ, ਜਾਂ ਕੋਈ ਵੀ ਵਿਅਕਤੀ ਜਿਹੜਾ ਹਾਰ ਸ਼ਿੰਗਾਰ ਕਰ ਲਿਆ, ਆਪਾਂ ਕਹਿੰਦੇ ਬੜਾ ਸੋਹਣਾ ਲੱਗਦਾ। ਬਾਹਰਲੀ ਸੁੰਦਰਤਾ ਦੇ ਲਈ ਸਰੀਰ ਦੇ ਸ਼ਿੰਗਾਰ ਦੀ ਲੋੜ ਹੈ। ਸਰੀਰ ਜਿਹੜਾ ਹੈ ਇਹਨੂੰ ਦੁਨੀਆ ਨੇ ਦੇਖਣਾ ਹੈ। ਇਸ ਕਰਕੇ ਬਾਹਰਲਾ ਸ਼ਿੰਗਾਰ ਕੇਵਲ ਦੁਨੀਆ ਦੇ ਲਈ ਹੈ। ਬਾਹਰਲਾ ਸ਼ਿੰਗਾਰ ਪਰਮਾਤਮਾ ਨੂੰ ਰਿਝਾ ਨਹੀਂ ਸਕਦਾ। ਪਰਮਾਤਮਾ ਦੇ ਨਾਲ ਜੁੜਨਾ ਆਤਮਾ ਨੇ। ਆਤਮਾ ਦਾ ਸ਼ਿੰਗਾਰ ਰੱਬੀ ਗੁਣ ਨੇ। ਆਤਮਾ ਪਰਮਾਤਮਾ ਨਿਰਾਕਾਰ ਹੈ, ਆਤਮਾ ਵੀ ਨਿਰਾਕਾਰ ਹੈ। ਇਸ ਕਰਕੇ ਸਾਡੀ ਆਤਮਾ ਦਾ ਸ਼ਿੰਗਾਰ ਨੇ ਰੱਬੀ ਗੁਣ। ਉਹ ਰੱਬੀ ਗੁਣ ਕਿਹੜੇ ਨੇ? ਉਹ ਗਹਿਣੇ ਕਿਹੜੇ ਨੇ? ਸਤਿਗੁਰੂ ਸਾਹਿਬ ਜੀ ਨੇ ਕਿਹਾ ਹੈ ਰਤਨ ਜਵੇਹਰ ਲਾਲ ਹਾਰ। ਅਸੀਂ ਰੋਜ਼ ਬਚਨ ਪੜ੍ਹਦੇ ਮੱਤ ਵਿੱਚ ਰਤਨ ਜਵਾਹਰ ਮਾਣਕ। ਉਹ ਰਤਨ ਜਵਾਹਰ ਮਾਣਕ ਕਿਹੜੇ ਨੇ? ਬਾਬਾ ਫਰੀਦ ਸਾਹਿਬ ਜੀ ਦਾ ਇੱਕ ਬੜਾ ਸੋਹਣਾ ਬਚਨ ਹੈ, ਨਿਮਣ ਸੁਅਖਰ ਖਮਣ ਗੁਣ ਜਿਹਵਾ ਮਣੀਆਂ ਮੰਤ, ਇਹ ਤ੍ਰੈ ਭੈਣੇ ਵੇਸ ਕਰ ਤਾਂ ਵਸ ਆਵੀ ਕੰਥ। ਗੁਰਬਾਣੀ 'ਚ ਹੋਰ ਵੀ ਕਈ ਥਾਂ ਤੇ ਕਿਹਾ ਖਿਮਾ ਸ਼ਿੰਗਾਰ ਕਾਮਣ ਜੇ ਪਹਿਰੇ, ਭਾਵ ਕਿ ਰੱਬੀ ਗੁਣਾਂ ਦਾ ਸ਼ਿੰਗਾਰ। ਸਾਡੇ ਅੰਦਰ ਦਇਆ, ਪਿਆਰ, ਨਿਮਰਤਾ, ਸੰਤੋਖ, ਇਹ ਸਾਡੇ ਹਿਰਦੇ ਦੇ ਗਹਿਣੇ ਨੇ। ਜਿਵੇਂ ਅਸੀਂ ਗਲੇ ਵਿੱਚ ਬਾਹਰਲੇ ਹਾਰ ਸ਼ਿੰਗਾਰ ਪਾਉਂਦੇ ਆ, ਗਹਿਣੇ ਪਾਉਂਦੇ ਆ, ਰਤਨ ਜਵੇਹਰ ਲਾਲ ਹਰ ਕੰਠ ਤਿਨਾ ਜੜੀਆਂ, ਭਈ ਉਹ ਜਿਹੜੇ ਰੱਬ ਦੇ ਪਿਆਰ 'ਚ ਜੁੜੇ ਨੇ, ਉਹਨਾਂ ਦੇ ਹਿਰਦੇ ਰੂਪ ਗਲੇ ਵਿੱਚ ਰਤਨ ਜਵੇਹਰ ਲਾਲ, ਸਤ, ਸੰਤੋਖ, ਦਇਆ, ਧਰਮ, ਇਹੋ ਜਿਹੇ ਗੁਣ ਜਿਹੜੇ ਨੇ ਹਮੇਸ਼ਾ ਵਸੇ ਰਹਿੰਦੇ ਨੇ। ਦੇਖੋ ਇਹ ਜਿਹੜੇ ਗੁਣ ਨੇ, ਦੁਨਿਆਵੀ ਜਿੰਨਾ ਮਰਜ਼ੀ ਤੁਸੀਂ ਧਨ ਖਰਚ ਲਓ, ਪ੍ਰਾਪਤ ਕਰ ਲਓ, ਤੁਹਾਨੂੰ ਸੰਤੋਖ ਨਹੀਂ ਮਿਲ ਸਕਦਾ। ਦੁਨਿਆਵੀ ਸੰਤੋਖ ਨਹੀਂ ਮਿਲ, ਧਨ ਦੇ ਨਾਲ ਸੰਤੋਖ ਨਹੀਂ ਮਿਲ ਸਕਦਾ। ਦੁਨਿਆਵੀ ਧਨ ਦੇ ਨਾਲ ਨਿਮਰਤਾ ਨਹੀਂ ਮਿਲ ਸਕਦੀ। ਦੁਨਿਆਵੀ ਧਨ ਦੇ ਨਾਲ ਧੀਰਜ ਨਹੀਂ ਮਿਲ ਸਕਦਾ, ਸਹਿਜ ਨਹੀਂ ਮਿਲ ਸਕਦਾ। ਇਹ ਅਮੋਲਕ ਚੀਜ਼ਾਂ ਨੇ, ਇਹ ਤੁਹਾਡੇ ਅੰਦਰੋਂ ਪੈਦਾ ਹੋਣੀਆਂ ਨੇ। ਇਹ ਜਿਉਂ-ਜਿਉਂ ਤੁਸੀਂ ਪ੍ਰਮਾਤਮਾ ਦੇ ਪਿਆਰ ਜੁੜੋਗੇ, ਰੋਜ਼ ਪ੍ਰਮਾਤਮਾ ਦੇ ਪਿਆਰ ਜੁੜੇ ਰਹੋਗੇ,
ਕਿਸੇ ਸਿਆਣੇ ਨੇ ਬੜੀ ਪਿਆਰੀ ਗੱਲ ਕਹੀ ਹੈ ਕਿ ਜੋ ਕੰਮ ਅਸੀਂ ਰੋਜ਼ ਕਰਦੇ ਹਾਂ, ਸਾਡੀ ਆਦਤ ਬਣ ਜਾਏ ਨਾ ਰੋਜ਼ ਕਰਨ ਦੀ, ਉਸ ਆਦਤ ਦੇ ਵਿੱਚੋਂ ਸਾਡਾ ਇੱਕ ਕਰੈਕਟਰ ਪੈਦਾ ਹੁੰਦਾ ਹੈ। ਉਸ ਆਦਤ ਦੇ ਵਿੱਚੋਂ ਜੇ ਰੋਜ਼ ਪ੍ਰਮਾਤਮਾ ਦੇ ਪਿਆਰ ਜੁੜੇ ਰਹੀਏ, ਉਹਦੇ ਵਿੱਚੋਂ ਇੱਕ ਸਦ ਆਚਾਰ ਪੈਦਾ ਹੁੰਦਾ ਹੈ। ਉਹ ਜਿਹੜਾ ਸਦ ਆਚਾਰ ਹੈ ਨਾ, ਉਹ ਸਭ ਤੋਂ ਵੱਡਾ ਗਹਿਣਾ ਸਾਡਾ, ਉਹਦੀ ਕੋਈ ਬਰਾਬਰਤਾ ਨਹੀਂ ਦੁਨੀਆ ਦਾ ਮਨੁੱਖ ਕਰ ਸਕਦਾ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਜਿਹੜੇ ਨਿਤ ਵਾਹਿਗੁਰੂ ਜੀ ਦੇ ਪਿਆਰ ਜੁੜ ਕੇ ਮੋਹ ਮਾਇਆ ਵੱਲੋਂ ਸਾਵਧਾਨ ਰਹਿੰਦੇ ਨੇ, ਰਤਨ ਜਵੇਹਰ ਲਾਲ ਹਰ ਕੰਠ ਤਿੰਨਾਂ ਜੜੀਆਂ, ਉਹਨਾਂ ਦੇ ਹਿਰਦੇ ਵਿੱਚ, ਹਿਰਦੇ ਰੂਪ ਗਲੇ ਵਿੱਚ ਰਤਨ ਜਵੇਹਰ ਲਾਲ ਜਿਹੜੇ ਨੇ ਉਹ ਨਿਤ ਜੜੇ ਰਹਿੰਦੇ ਨੇ। ਨਾਨਕ ਬਾਂਛੇ ਧੂੜ ਤਿੰਨ ਪ੍ਰਭ ਸਰਣੀ ਦਰ ਪੜੀਆਂ। ਤੁਹਾਨੂੰ ਗੁਰੂ ਅਰਜਨ ਸਾਹਿਬ ਜੀ ਕਹਿੰਦੇ, ਹੈ ਭਾਈ ਮੈਂ ਨਾਨਕ ਉਹਨਾਂ ਦੀ ਚਰਨ ਧੂੜ ਮੰਗਦਾ ਹਾਂ ਜਿਹੜੀਆਂ ਪ੍ਰਭੂ ਦੀ ਸ਼ਰਨ ਵਿੱਚ ਪੈ ਗਈਆਂ। ਪ੍ਰਭੂ ਦੀ ਸ਼ਰਨ ਕੀ ਹੈ? ਦੇਖੋ ਗੁਰੂ ਦੀ ਸ਼ਰਨ ਕੀ ਹੈ। ਇੱਕ ਤੇ ਅਸੀਂ ਸਤਿਗੁਰੂ ਜੀ ਨੂੰ ਆ ਕੇ ਮੱਥਾ ਟੇਕਦੇ ਹਾਂ, ਇਹ ਇੱਕ ਬਾਹਰਲੀ ਕਿਰਿਆ ਹੈ, ਜ਼ਰੂਰੀ ਹੈ ਇਹ ਵੀ, ਲੇਕਿਨ ਮੱਥਾ ਟੇਕਣਾ ਹੀ ਗੁਰੂ ਕੀ ਸ਼ਰਨ ਲੈਣੀ ਨਹੀਂ ਹੈ। ਕਈ ਵਾਰੀ ਮੱਥਾ ਟੇਕਦੇ ਹਾਂ, ਮਨ ਸਾਡਾ ਹੋਰ ਹੀ ਪਾਸੇ ਹੁੰਦਾ ਹੈ। ਗੁਰਬਾਣੀ ਸਤਿਗੁਰੂ ਜੀ ਨੇ ਕਿਹਾ ਸੀਸ ਨਿਵਾਇਆ ਕਿਆ ਥੀ ਹੈ ਜਾਂ ਹਿਰਦੈ ਕਸੁਦੇ ਜਾਏ। ਸ਼ਰਨ ਲੈਣ ਦਾ ਅਰਥ ਹੁੰਦਾ ਕਿ ਜਿਹਦੀ ਸ਼ਰਨ ਅਸੀਂ ਲੈਨੇ ਆ ਨਾ, ਦੇਖੋ ਬਾਹਰੀ ਤੌਰ ਤੇ ਬਹੁਤ ਸਾਰੇ ਸਾਡੇ ਲੋਕ ਜਿਹੜੇ ਨੇ ਪ੍ਰਦੇਸ਼ਾਂ ਜਾਂਦੇ ਨੇ, ਜਿੱਦਾਂ ਅਮਰੀਕਾ ਜਾ ਕੇ ਪੋਲੀਟੀਕਲ ਸਟੇ ਲੈ ਲੈਂਦੇ ਨੇ। ਹੁਣ ਉੱਥੇ ਪੋਲੀਟੀਕਲ ਸਟੇ ਲੈਣ ਦਾ ਅਰਥ ਹੈ ਕਿ ਉੱਥੋਂ ਦੇ ਕਾਨੂੰਨ ਨੂੰ ਮੰਨਾਂਗੇ, ਉੱਥੋਂ ਦੇ ਕਾਨੂੰਨ ਅਨੁਸਾਰ ਹੀ ਚੱਲਾਂਗੇ। ਜੇ ਅਸੀਂ ਉੱਥੋਂ ਦੇ ਕਾਨੂੰਨ ਅਨੁਸਾਰ ਨਹੀਂ ਚੱਲਾਂਗੇ ਤੇ ਸਾਨੂੰ ਉੱਥੇ ਉਹ ਸ਼ਰਨ ਨਹੀਂ ਮਿਲੇਗੀ। ਇਸੇ ਤਰੀਕੇ ਨਾਲ ਪ੍ਰਮਾਤਮਾ ਦੀ, ਗੁਰੂ ਦੀ ਸ਼ਰਨ ਦਾ ਅਰਥ ਕੀ ਹੈ? ਗੁਰੂ ਦੀ ਸ਼ਰਨ ਦਾ ਅਰਥ ਗੁਰੂ ਨੂੰ ਮੱਥਾ ਟੇਕ ਦਿੱਤਾ ਕਿ ਸਤਿਗੁਰੂ ਜੀ ਜੋ ਤੁਸੀਂ ਕਹੋਗੇ ਉਹਦੇ ਅਨੁਸਾਰ ਹੀ ਚੱਲਾਂਗੇ, ਤੁਹਾਡੇ ਕਹੇ ਅਨੁਸਾਰ ਅਸੀਂ ਚੱਲਾਂਗੇ, ਤੁਹਾਡੇ ਦੱਸੇ ਮਾਰਗ ਤੇ ਅਸੀਂ ਚੱਲਾਂਗੇ, ਜੋ ਉਪਦੇਸ਼ ਦਿਓਗੇ ਉਹਦੇ ਅਨੁਸਾਰ ਚੱਲਾਂਗੇ। ਇਹ ਹੈ ਗੁਰੂ ਦੀ ਸ਼ਰਨ ਲੈਣੀ। ਹੁਣ ਗੁਰਬਾਣੀ ਨੇ ਇੱਕ ਬਚਨ ਕਿਹਾ, ਰੋਜ਼ ਅਸੀਂ ਆਸਾ ਦੀ ਵਾਰ ਸੁਣਦੇ, ਸਲਾਮ ਜਮਾਬ ਦੋਵੇਂ ਕਰੇ ਮੁੱਢੋਂ ਕੁੱਥਾ ਜਾਏ। ਗੁਰੂ ਨੂੰ ਮੱਥਾ ਵੀ ਟੇਕਦੇ ਆ, ਗੁਰੂ ਦੀ ਗੱਲ ਵੀ ਨਹੀਂ ਮੰਨਦੇ, ਫਿਰ ਇਹ ਗੁਰੂ ਦੀ ਸ਼ਰਨ ਨਹੀਂ ਹੈ। ਜਿੰਨਾ ਚਿਰ ਅਸੀਂ ਗੁਰੂ ਕੀ ਗੱਲ ਨਹੀਂ ਮੰਨਾਂਗੇ, ਮੱਥਾ ਟੇਕਣ ਨਾਲ ਗੁਰੂ ਕੇ ਸਿੱਖ ਨਹੀਂ ਬਣ ਜਾਵਾਂਗੇ। ਗੁਰਬਾਣੀ ਨੇ ਗੱਲ ਕੀ, ਸੋ ਸਿੱਖ ਸਖਾ ਬੰਦ ਪਹਿ ਪਾਈ, ਜੇ ਗੁਰ ਕੇ ਭਾਣੇ ਵਿੱਚ ਆਵੇ। ਜੇ ਗੁਰੂ ਕੇ ਭਾਣੇ ਚੱਲਾਂਗੇ ਤਾਂ ਹੀ ਗੁਰੂ ਕੇ ਸਿੱਖ ਅਸੀਂ ਗਿਣੇ ਜਾਵਾਂਗੇ। ਗੁਰੂ ਕਾ ਸਿੱਖ ਉਹ ਜਿਹੜਾ ਗੁਰੂ ਕੀ ਸ਼ਰਨ ਲੈ ਲੈਂਦਾ। ਹੁਣ ਪ੍ਰਮਾਤਮਾ ਦੀ ਸ਼ਰਨ ਦਾ ਅਰਥ ਕੀ ਹੈ? ਸਾਹਿਬ ਜੀ ਨੇ ਕਿਹਾ ਸੀ ਨਾਨਕ ਉਹਨਾਂ ਦੀ ਚਰਨ ਧੂੜ ਮੰਗਦਾ ਹੈ ਜਿਹੜੇ ਪ੍ਰਮਾਤਮਾ ਦੀ ਸ਼ਰਨ ਵਿੱਚ ਡਿੱਗ ਪਏ। ਪ੍ਰਮਾਤਮਾ ਦੀ ਸ਼ਰਨ ਦਾ ਅਰਥ ਹੈ ਕਿ ਵਾਹਿਗੁਰੂ ਜੀ ਨੂੰ ਚੇਤੇ ਕਰਦੇ ਹਾਂ, ਵਾਹਿਗੁਰੂ ਜੀ ਦੇ ਗੁਣਾਂ ਨੂੰ ਚੇਤੇ ਕਰਦੇ ਹਾਂ, ਉਹ ਵਾਹਿਗੁਰੂ ਜੀ ਦੇ ਗੁਣ ਸਾਡੇ ਜੀਵਨ ਦੇ ਆਚਾਰ 'ਚ ਆ ਜਾਣ, ਵਾਹਿਗੁਰੂ ਜੀ ਦੀ ਰਜ਼ਾ ਸਾਨੂੰ ਮਿੱਠੀ ਲੱਗੇ, ਵਾਹਿਗੁਰੂ ਜੀ ਦੀ ਹਰ ਗੱਲ ਸਾਨੂੰ ਮਿੱਠੀ ਲੱਗੇ। ਜਿਸ ਵੀ ਹਾਲਾਤ ਵਿੱਚ ਅਸੀਂ ਗੁਜ਼ਰੀਏ ਉੱਥੇ ਤੇਰਾ ਕੀਆ ਮੀਠਾ ਲੱਗੇ, ਹਰ ਨਾਮ ਪਦਾਰਥ ਨਾਨਕ ਮੰਗੇ। ਇਹਨੂੰ ਕਹਿੰਦੇ ਨੇ ਸ਼ਰਨ। ਦੇਖੋ ਜ਼ਿੰਦਗੀ ਦੇ ਅੰਦਰ ਉਤਰਾ ਚੜਾ ਤੇ ਆਉਣੇ ਨੇ, ਔਰ ਇਹ ਦੁੱਖ ਸਾਡੀ ਸੁਰਤ ਜਾਂ ਸੋਚ ਕਰਕੇ ਨੇ। ਜਦੋਂ ਸਾਡੀ ਸੁਰਤ ਪ੍ਰਮਾਤਮਾ ਦੇ ਪਿਆਰ ਵਿੱਚ ਜੁੜ ਗਈ, ਕੋਈ ਚੀਜ਼ ਸਾਨੂੰ ਦੁੱਖ ਨਹੀਂ ਲੱਗੇਗਾ। ਜਿਹਦੇ ਨਾਲ ਪਿਆਰ ਹੋਵੇ ਨਾ, ਸਾਡਾ ਪਿਆਰ ਹੋਵੇ, ਉਹਦੀ ਹਰ ਗੱਲ ਸਾਨੂੰ ਚੰਗੀ ਲੱਗਦੀ ਹੈ। ਦੇਖੋ ਬੱਚੇ ਹੁੰਦੇ ਨੇ ਸਾਡੇ ਛੋਟੇ ਛੋਟੇ, ਬੱਚਾ ਬਾਪੂ ਦੀ ਗੋਚ ਬੈਠਾ ਨਾ, ਬੈਠਾ ਬੈਠਾ ਕਈ ਵਾਰੀ ਦਾੜੀ ਨੂੰ ਹੱਥ ਪਾ ਲੈਂਦਾ, ਕਈ ਵਾਰੀ ਪੱਗ ਨੂੰ ਹੱਥ ਪਾ ਲੈਂਦਾ, ਤੇ ਉਹਦੇ ਨਾਲ ਸਾਡਾ ਪਿਆਰ ਹੈ ਨਾ, ਉਹ ਸਾਨੂੰ ਬੁਰਾ ਨਹੀਂ ਲੱਗਦਾ, ਸਾਨੂੰ ਵਧੀਆ ਲੱਗਦਾ ਹੈ ਉਦੋਂ। ਤੇ ਕੋਈ ਵਿਰੋਧੀ, ਕੋਈ ਹੋਰ ਬੰਦਾ, ਗੈਰ ਬੰਦਾ ਕਿਤੇ ਸਾਡੀ ਦਾੜੀ ਨੂੰ ਹੱਥ ਪਾਏ ਜਾਂ ਸਾਡੀ ਇੱਜ਼ਤ ਨੂੰ ਹੱਥ ਪਾਏ ਤੇ ਅਸੀਂ ਕਿੰਨਾ ਗੁੱਸੇ 'ਚ ਆ ਜਾਂਦੇ ਹਾਂ। ਜਦੋਂ ਪ੍ਰਮਾਤਮਾ ਦੇ ਨਾਲ ਪਿਆਰ ਬਣ ਜਾਏ, ਫਿਰ ਜੇ ਗੁਰ ਝਿੜਕੇ ਤਾਂ ਮਿੱਠਾ ਲੱਗੇ, ਜੇ ਗੁਰੂ ਝਿੜਕੇ ਤੇ ਉਹ ਵੀ ਮਿੱਠਾ ਲੱਗਦਾ ਹੈ। ਫਿਰ ਪ੍ਰਮਾਤਮਾ ਨਾਲ ਜਦੋਂ ਪਿਆਰ ਬਣ ਜਾਏ, ਜਦੋਂ ਪ੍ਰਮਾਤਮਾ ਦੀ ਸ਼ਰਨ ਲੈ ਲਈ, ਫਿਰ ਪਰਮਾਤਮਾ ਦੇ ਅੱਗੇ ਬੰਦਾ ਇਹੀ ਗੱਲ ਕਹਿੰਦਾ, ਜੇ ਦੁੱਖ ਸੁੱਖ ਦੇ ਤਾਂ ਤੁਝੇ ਅਰਾਧੀ, ਦੁੱਖ ਵੀ ਤੁਝੇ ਤੇ ਆਈ, ਜੇ ਭੁੱਖ ਦੇ ਤਾਂ ਇਤਿ ਰਾਜਾ, ਦੁੱਖ ਵੇ ਸੁਖ ਮਨਾਈ। ਪਰਮਾਤਮਾ ਜੀ ਦੁੱਖ ਦੇਵੋ ਸੁੱਖ ਦੇਵੋ, ਤੁਹਾਡੀ ਮਰਜ਼ੀ ਹੈ। ਅਸੀਂ ਹੁਣ ਤੁਹਾਡੇ ਪਿਆਰ ਜੁੜ ਗਏ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਜਿਹੜੇ ਪ੍ਰਮਾਤਮਾ ਦੀ ਸ਼ਰਨ 'ਚ ਡਿੱਗ ਪਏ, ਪ੍ਰਮਾਤਮਾ ਦੇ ਪਿਆਰ ਜੁੜ ਗਏ, ਮੈਂ ਉਹਨਾਂ ਦੀ ਚਰਨ ਧੂੜ ਮੰਗਦਾ। ਚਰਨ ਧੂੜ ਦਾ ਅਰਥ ਹੈ ਕਿ ਉਹਨਾਂ ਦੀ ਸੰਗਤ ਮਿਲ ਜਾਏ, ਨਿਮਰਤਾ ਨਾਲ ਉਹਨਾਂ ਦੇ ਕੋਲ ਬੈਠਾਂ। ਮਗਰ ਪ੍ਰਭ ਆਰਾਧਨਾ ਬਹੁੜ ਨ ਜਨਮੜੀਆਂ। ਸਾਹਿਬ ਕਹਿੰਦੇ ਜਿਨ੍ਹਾਂ ਨੇ ਇਸ ਜ਼ਿੰਦਗੀ ਅੰਦਰ ਪ੍ਰਮਾਤਮਾ ਦਾ ਸਿਮਰਨ ਕੀਤਾ ਹੈ, ਵਾਹਿਗੁਰੂ ਜੀ ਦੇ ਪਿਆਰ ਵਿੱਚ ਜੁੜੇ ਨੇ, ਮੁੜ ਕੇ ਜੰਮਣ ਮਰਨ ਦਾ ਗੇੜ ਉਹਨਾਂ ਨੂੰ ਨਹੀਂ ਵਿਆਪਦਾ। ਉਹਨਾਂ ਦੀ ਭਟਕਣਾ ਸਦੀਵੀ ਤੌਰ ਤੇ ਮੁੱਕ ਜਾਂਦੀ ਹੈ।
ਦੇਖੋ ਸਾਡੀ ਸੁਰਤ ਜਿਹੜੀ ਹੈ ਨਾ, ਇਹ ਨਿਤ ਜਨਮਾਂ ਜਨਮਾਂਤਰਾਂ 'ਚ ਪਈ ਰਹਿੰਦੀ। ਪਤਾ ਨਹੀਂ ਕਿੰਨੇ ਕੁ ਜਨਮਾਂ 'ਚ ਸਾਡੀ ਸੁਰਤ ਜਾਂਦੀ ਹੈ। ਕਦੀ ਲੋਭ ਆ ਗਿਆ, ਅਸੀਂ ਕੁੱਤੇ ਵਰਗੇ ਬਣ ਜਾਂਦੇ ਹਾਂ। ਕਦੀ ਕ੍ਰੋਧ ਆ ਜਾਂਦਾ ਹੈ, ਕਦੀ ਮੋਹ ਆ ਜਾਂਦਾ ਹੈ। ਇਹ ਵੀ ਇੱਕ ਪਸ਼ੂ ਸੁਭਾਅ ਜਿਹੜਾ ਹੈ ਨਾ, ਇਹ ਵੀ ਜਨਮ ਹੀ ਨੇ ਸਾਡੀ ਸੁਰਤ ਦੇ ਅੰਦਰ। ਸਤਿਗੁਰੂ ਜੀ ਨੇ ਗੱਲ ਕੀ, ਜਾਂ ਕੋ ਆਏ ਸੋਈ ਬਿਹਾਜੋ, ਹਰ ਗੁਰ ਤੇ ਮਨ ਹੈ ਬਸੇਰਾ, ਨਿਜ ਘਰ ਮਹਿਲ ਪਾਵੋ ਸੁਖ ਸਹਜੇ, ਬਹੁਰ ਨਾ ਹੋਏ ਗੋ ਫੇਰਾ। ਉਹ ਭਾਈ ਜਿਸ ਕੰਮ ਲਈ ਅਸੀਂ ਇੱਥੇ ਆਏ ਹਾਂ, ਧਰਤੀ ਤੇ ਕਿਸੇ ਮਕਸਦ ਲਈ ਆਏ ਹਾਂ। ਰੋਟੀਆਂ ਖਾਣ ਲਈ ਨਹੀਂ ਇਕੱਲੇ ਆਏ, ਜਿਉਂਦੇ ਰਹਿਣ ਲਈ ਭੋਜਨ ਖਾਣਾ ਜ਼ਰੂਰੀ ਹੈ। ਪਰ ਕੇਵਲ ਇਹ ਨਹੀਂ ਕਿ ਅਸੀਂ ਤਰ੍ਹਾਂ ਤਰ੍ਹਾਂ ਦੇ ਭੋਜਨ ਹੀ ਖਾਣ ਲਈ ਆਏ ਹਾਂ ਕਿ ਜੀ ਦੇਖੋ ਬੜੀਆਂ ਮੌਜਾਂ ਨੇ, ਬਹੁਤ ਵਧੀਆ ਵਧੀਆ ਖਾ ਰਹੇ ਹਾਂ। ਇੱਥੇ ਅਸੀਂ ਕੇਵਲ ਧਨ ਇਕੱਠਾ ਕਰਨ ਲਈ ਨਹੀਂ ਆਏ। ਧਨ ਗੁਜ਼ਰਾਨ ਹੈ, ਹੋਣਾ ਚਾਹੀਦਾ ਹੈ, ਪਰ ਜ਼ਿੰਦਗੀ ਦਾ ਮਕਸਦ ਧਨ ਇਕੱਠਾ ਕਰਨਾ ਨਹੀਂ ਹੈ। ਇੱਥੇ ਅਸੀਂ ਕੋਈ ਕੱਲੀਆਂ ਰਾਜ ਗੱਦੀਆਂ ਮੰਨਣ ਲਈ ਨਹੀਂ ਆਏ। ਜੇ ਰੱਬ ਨੇ ਸਾਨੂੰ ਇਹ ਵਡਿਆਈ ਦਿੱਤੀ ਹੈ ਤੇ ਉਹਦਾ ਧੰਨਵਾਦ ਕਰਨਾ ਚਾਹੀਦਾ ਹੈ। ਉਹਨਾਂ ਤੇ ਬੈਠ ਕੇ ਆਪਣੇ ਉਸ ਫਰਜ਼ ਨੂੰ, ਡਿਊਟੀ ਨੂੰ ਪੂਰਾ ਕਰਨਾ ਚਾਹੀਦਾ ਹੈ। ਇੱਥੇ ਅਸੀਂ ਆਏ ਹਾਂ ਕਿ ਉਸ ਪਰਮਾਤਮਾ ਦੇ ਪਿਆਰ 'ਚ ਜੁੜ ਸਕੀਏ, ਉਹਦੀ ਰਹਿਮਤ ਨੂੰ ਪ੍ਰਾਪਤ ਕਰ ਸਕੀਏ। ਸਾਹਿਬ ਜੀ ਕਹਿੰਦੇ ਇਹ ਗੁਰੂ ਰਾਹੀਂ ਤੁਹਾਨੂੰ ਦਾਤ ਮਿਲੇਗੀ। ਹਰ ਗੁਰ ਤੇ ਮਨਹਿ ਬਸੇਰਾ, ਨਿਜ ਘਰ ਮਹਿਲ ਪਾਵੋ ਸੁਖ ਸਹਜੇ, ਬਹੁਰ ਨਾ ਹੋਏ ਗੋ ਫੇਰਾ। ਜਦੋਂ ਤੁਸੀਂ ਨਿਜ ਘਰ ਆਪਣੇ ਸਵੈ ਸਰੂਪ ਵਿੱਚ ਟਿਕ ਜਾਓਗੇ, ਜੋ ਸਾਡਾ ਘਰ ਸਰੀਰ ਦੇ ਕੋਲ ਘਰ ਨਾ ਹੋਵੇ, ਸਰੀਰਕ ਤੌਰ ਤੇ ਬੰਦਾ ਬੇਘਰਾ ਹੋਏ, ਭਟਕਦਾ ਰਹਿੰਦਾ, ਕਦੀ ਕਿਤੇ ਆਸਰਾ ਭਾਲਦਾ, ਠੰਡ ਵਿੱਚ, ਗਰਮੀ 'ਚ, ਵਰਖਾ 'ਚ ਕਿੰਨਾ ਦੁਖੀ ਹੁੰਦਾ। ਸਰੀਰ ਕੋਲ ਘਰ ਨਾ ਹੋਵੇ, ਆਸਰਾ ਨਾ ਹੋਵੇ। ਤੇ ਸਤਿਗੁਰੂ ਜੀ ਕਹਿੰਦੇ ਜੇ ਮਨ ਕੋਲ ਹੀ ਘਰ ਨਾ ਹੋਵੇ ਤਾਂ ਮਨ ਵੀ ਆਪਣੇ ਘਰ ਤੋਂ ਬਾਹਰ ਹੀ ਤੁਰਿਆ ਫਿਰਦਾ ਹੈ। ਮਨ ਨੂੰ ਘਰ 'ਚ ਟਿਕਾਉਣ ਦੀ ਲੋੜ ਹੈ। ਮਨ ਕਿਤੇ ਮਾਇਆ ਦੇ ਘਰ 'ਚ, ਮਾਇਆ ਕਿਤੇ ਹੰਕਾਰ ਦੇ ਘਰ 'ਚ, ਮਸਤੀ ਦੇ ਘਰ 'ਚ ਤੁਰਿਆ ਫਿਰਦਾ ਹੈ। ਜਿਸ ਵੇਲੇ ਮਨ ਘਰ ਵਿੱਚ ਆ ਗਿਆ, ਸਤਿਗੁਰੂ ਜੀ ਨੇ ਵਾਰ-ਵਾਰ ਗੁਰਬਾਣੀ ਵਿੱਚ ਮਨ ਨੂੰ ਆਪਣੇ ਘਰ 'ਚ ਆਉਣ ਦੀ ਗੱਲ ਕਹੀ ਹੈ। ਗੁਰੂ ਅਮਰਦਾਸ ਜੀ ਦੀ ਜ਼ਿੰਦਗੀ ਦੀ ਇੱਕ ਬੜੀ ਪਿਆਰੀ ਗਾਥਾ। ਜਦੋਂ ਸੇਵਾ ਕਰਦੇ ਸਨ, ਇੱਕ ਦਿਨ ਗਾਗਰ ਪਾਣੀ ਦੀ ਲੈ ਕੇ ਆ ਰਹੇ, ਠੇਡਾ ਲੱਗਿਆ, ਡਿੱਗ ਪਏ। ਨੇੜੇ ਘਰ ਸੀ ਜੁਲਾਹਿਆਂ ਦਾ। ਉਹ ਬੰਦਾ ਕਹਿਣ ਲੱਗਾ ਬੀਬੀ ਨੂੰ, ਬਾਹਰ ਚੋਰ ਤਾਂ ਨਹੀਂ ਆ ਗਏ? ਬੀਬੀ ਕਹਿੰਦੀ ਚੋਰ ਨਹੀਂ, ਤੇ ਅਮਰੂ ਨਿਥਾਵਾਂ ਹੋਣਾ ਹੈ। ਨਾ ਜਿਹਨੂੰ ਦਿਨੇ ਚੈਨ ਨਾ ਰਾਤ ਚੈਨ, ਦਿਨ ਰਾਤ ਕੁੜਮਾਂ ਦੇ ਘਰ 'ਚ ਆ ਕੇ ਬੁੱਤੀਆਂ ਕਰਦਾ ਰਹਿੰਦਾ, ਅਮਰੂ ਨਿਥਾਵਾਂ। ਬਾਬਾ ਅਮਰਦਾਸ ਜੀ ਕਹਿਣ ਲੱਗੇ ਕਮਲੀਏ ਅਮਰੂ ਨਿਥਾਵਾਂ ਨਹੀਂ, ਇਹਨੂੰ ਤੇ ਗੁਰੂ ਚਰਨਾਂ 'ਚ ਥਾਂ ਮਿਲ ਗਈ ਹੈ। ਸਾਖੀ ਕਰ ਕਹਿੰਦੇ ਕਿ ਉਹ ਬੀਬੀ ਜਿਹੜੀ ਸੀ ਨਾ ਕਮਲੀ ਹੋ ਗਈ ਜਾਂ ਸੁੱਧ ਬੁੱਧ ਗਵਾ ਬੈਠੀ। ਗੁਰੂ ਅੰਗਦ ਸਾਹਿਬ ਜੀ ਦੇ ਕੋਲ ਇਹ ਜਦੋਂ ਗੱਲ ਪਹੁੰਚੀ ਤੇ ਸਤਿਗੁਰੂ ਜੀ ਬਾਬਾ ਅਮਰਦਾਸ ਨੂੰ ਕਹਿੰਦੇ ਪੁਰਖਾ ਅੱਜ ਕੀ ਘਟਨਾ ਵਾਪਰੀ ਹੈ? ਤੇ ਬਾਬਾ ਅਮਰਦਾਸ ਜੀ ਨੇ ਬੜੇ ਪਿਆਰੇ ਬਚਨ ਜੋ ਭਾਈ ਸੰਤੋਖ ਸਿੰਘ ਜੀ ਨੇ ਅੰਕਿਤ ਕੀਤੇ। ਕਹਿਣ ਲੱਗੇ ਮੋਹੇ ਨਿਥਾਵਾਂ ਇਨ ਕਹਿਓ ਸੋ ਸਾਚ ਬਖਾਨੀ। ਮਹਾਰਾਜ ਜੀ ਨੇ ਮੈਨੂੰ ਨਿਥਾਵਾਂ ਕਿਹਾ ਸੀ, ਠੀਕ ਹੀ ਕਿਹਾ ਸੀ ਦਰਅਸਲ, ਕਿਉਂਕਿ ਜਬ ਲਗ ਆਤਮ ਰੂਪ ਕੋ ਮਨ ਲੇਹ ਨਾ ਜਾਨੀ। ਜਿੰਨਾ ਚਿਰ ਮਨ ਆਪਣੇ ਆਤਮਿਕ ਰੂਪ ਨੂੰ, ਅਸਲੀ ਘਰ ਨੂੰ ਜਾਣ ਨਹੀਂ ਲੈਂਦਾ, ਮਨ ਤੂੰ ਜੋਤ ਸਰੂਪ ਹੈ, ਆਪਣੇ ਉਸ ਰੂਪ ਨੂੰ ਜਾਣ ਨਹੀਂ ਲੈਂਦਾ, ਉਹਨਾਂ ਚਿਰ ਤਾਂ ਇਹ ਨਿਥਾਵਾਂ ਹੀ ਹਨ। ਥਾਏ ਪਾਏ ਕਰ ਥਿਰ ਨਾ ਰਹੇ ਤਬ ਲਗ ਨਿਥਾਵਾਂ। ਜਿੰਨਾ ਚਿਰ ਮਨ ਨੂੰ ਆਪਣੀ ਅਸਲੀ ਥਾਂ ਘਰ ਨਹੀਂ ਮਿਲਦਾ, ਉਹਨਾਂ ਚਿਰ ਇਹ ਨਿਥਾਵਾਂ ਹੈ। ਪਾਤਸ਼ਾਹ ਜੀ ਤੁਸੀਂ ਬਖਸ਼ਿਸ਼ ਕੀਤੀ, ਮੈਨੂੰ ਮਨ ਦਾ ਘਰ ਮਿਲ ਗਿਆ, ਮੈਂ ਥਾਂ ਵਾਲਾ ਬਣ ਗਿਆ। ਸਤਿਗੁਰੂ ਸਾਹਿਬ ਜੀ ਇੱਥੇ ਵੀ ਕਹਿੰਦੇ ਨੇ ਕਿ ਜਦੋਂ ਕੋਈ ਬੰਦਾ ਗੁਰੂ ਰਾਹੀਂ ਪਰਮਾਤਮਾ ਦੇ ਪਿਆਰ ਜੁੜ ਕੇ ਨਿਜ ਘਰ 'ਚ ਵਸ ਜਾਂਦਾ, ਬੌਰ ਨਾ ਹੋਏਗੋ ਫੇਰਾ। ਮੁੜ ਕੇ ਆਉਣ ਜਾਣ ਦਾ ਗੇੜ, ਭਰਮ ਭਟਕਣਾ ਨਹੀਂ ਰਹਿੰਦੀ। ਬੌੜ ਨਾ ਜਨਮੜੀਆਂ, ਮੁੜ ਕੇ ਕੋਈ ਜਨਮ ਮਰਨ ਦਾ ਦੁੱਖ ਨਹੀਂ ਰਹਿੰਦਾ। ਸਤਿਗੁਰੂ ਗੁਰੂ ਅਰਜਨ ਸਾਹਿਬ ਜੀ ਨੇ ਕਿਹਾ ਕਿ ਜ਼ਿੰਦਗੀ ਦੇ ਅੰਦਰ ਸੋਭਾ, ਵਡਿਆਈ, ਸੁੰਦਰਤਾ ਸਾਡੀ ਤਾਂ ਬਣਨੀ ਜੇ ਪਰਮਾਤਮਾ ਨਾਲ ਸੰਗ ਸਾਥ ਮਿਲੇਗਾ। ਪਰਮਾਤਮਾ ਨਾਲ ਸੰਗ ਸਾਥ ਸਾਡਾ ਸਤ ਸੰਗਤ ਨਹੀਂ ਮਿਲਣਾ ਹੈ। ਜਿਹੜੇ ਜੁੜ ਗਏ ਉਹ ਨਿਤ ਸਾਵਧਾਨ ਰਹਿੰਦੇ ਨੇ, ਉਹਨਾਂ ਦੀ ਵਡਿਆਈ ਬਿਆਨ ਨਹੀਂ ਕੀਤੀ ਜਾਂਦੀ। ਪਰ ਜਿਹੜੇ ਨਹੀਂ ਜੁੜੇ ਉਹਨਾਂ ਦੀ ਜ਼ਿੰਦਗੀ 'ਚੋਂ ਦੁੱਖ ਕਦੀ ਮਿਟਦੇ ਨਹੀਂ, ਜਮਦੂਤ ਉਹਨਾਂ ਦੇ ਭਾਰੂ ਰਹਿੰਦੇ ਨੇ। ਗੁਰੂ ਸਾਹਿਬ ਜੀ ਬਖਸ਼ਿਸ਼ ਕਰਨ ਸਾਡੀ ਸਤ ਸੰਗਤ ਨਾਲ ਸਾਂਝ ਬਣੇ, ਬਾਣੀ ਨਾਲ ਸਾਂਝ ਬਣੇ, ਤਾਂ ਕਿ ਅਸੀਂ ਵੀ ਜ਼ਿੰਦਗੀ ਅੰਦਰ ਉਸ ਪਰਮ ਪਿਤਾ ਵਾਹਿਗੁਰੂ ਜੀ ਦੇ ਪਿਆਰ ਜੁੜ ਕੇ ਆਪਣੀ ਜ਼ਿੰਦਗੀ ਦਾ ਲਾਹਾ ਲੈ ਸਕੀਏ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਜੀ। ਪੁੱਲ ਚੁੱਕ ਦੀ ਖਿਮਾ ਬਖਸ਼ ਦੇਣੀ। ਸਤਿਗੁਰੂ ਸੱਚੇ ਪਾਤਸ਼ਾਹ ਸਮੂਹ ਸੰਗਤਾਂ ਨੂੰ ਆਪਣੇ ਦਰੋਂ ਕਰੋ ਨਾਮ ਬਾਣੀ ਦਾ ਪਿਆਰ ਬਖਸ਼ਣ ਜੀਓ। ਪਿਆਰ ਸਹਿਤ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।